ਆਪਾਂ ਕੱਢਣਾ ਆਪਣੇ ਵਿੱਚੋਂ, ਕਿਉਂਕਿ ਪੁਰਾਣੀ ਖਮੀਰ ਨੂੰ ਕੀ ਕਰਨਾ ਆ, ਕੱਢਣਾ ਆਪਣੇ ਵਿੱਚੋਂ, ਪੁਰਾਣੀ ਤੌਣ ਨੂੰ ਕੱਢਣਾ। ਔਰ ਨਵੀਂ ਤੌਣ ਕੀ ਆ? ਨਵੀਂ ਤੌਣ ਕੀ ਆ? ਪਰਮੇਸ਼ਰ ਦਾ ਵਚਨ। ਜੇ ਆਪਾਂ ਨਵੇਂ ਨਿਯਮ ਦੇ ਨਾਲ ਚੱਲਾਂਗੇ, ਯਿਸੂ ਮਸੀਹ ਦੇ ਮਗਰ ਚੱਲਾਂਗੇ, ਉਹਦੇ ਮਗਰ ਚੱਲਣ ਦਾ ਮੁੱਲ ਬੜਾ ਵਧੀਆ ਮਿਲੇਗਾ ਭੈਣ ਭਈਓ ਤੁਹਾਨੂੰ। ਆਪਾਂ ਉਹਦੀ ਪਿਆਰ ਤੇ ਚੱਲਣਾ ਹਰ ਵੇਲੇ, ਕਿਉਂਕਿ ਆਪਾਂ ਪੁਰਾਣੇ ਖਮੀਰ ਨੂੰ ਕੱਢ ਕੇ ਨਵੀਂ ਪਰਮੇਸ਼ਰ ਦੇ ਲੋਕਾਂ ਦੀਆਂ ਰੂਹਾਂ ਬਚਾਉਣੀਆਂ ਭੈਣ ਭਈਓ। ਆਪਾਂ ਹਰ ਹਫ਼ਤੇ ਹਰ ਮਹੀਨੇ ਆਪਾਂ ਵਚਨ ਸੁਣਦੇ ਹਾਂ। ਪਹਿਲਾ ਕੋਰਿੰਥੀਆਂ 11 ਦੇ ਵਿੱਚ ਪ੍ਰਭੂ ਭੋਜ ਦਾ ਵਚਨ ਆਪਾਂ ਹਰ ਮਹੀਨੇ ਸੁਣਦੇ ਹਾਂ ਭੈਣ ਭਈਓ। ਮੇਰੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦਾ, ਸਾਮਰਥੀ ਪਿਤਾ, ਕਿਉਂਕਿ ਆਪਾਂ ਹਰ ਮਹੀਨੇ ਵਚਨ ਸੁਣਦੇ ਹਾਂ, ਪਰ ਆਪਾਂ ਵਚਨਾਂ ਤੇ ਚੱਲਦੇ ਨਹੀਂ ਹਾਲੇ ਤੱਕ। ਆਪਾਂ ਨੂੰ ਅੱਜ ਪਰਮੇਸ਼ਰ ਦੇ ਵਚਨ ਤੇ ਚੱਲਣ ਦੀ ਲੋੜ ਹੈ, ਕਿਉਂਕਿ ਆਪਾਂ ਪਰਮੇਸ਼ਰ ਦੇ ਵਚਨ ਚੱਲਣਾ ਭੈਣ ਭਾਈਓ। ਜਿਹੜਾ ਸਵਰਗ ਦਾ ਮਾਲਕ ਹੈ ਤੁਹਾਨੂੰ ਕਿਸੇ ਵੀ ਗੱਲ ਦੀ ਘਾਟ ਨਹੀਂ ਰਹਿਣ ਦੇਵੇਗਾ, ਕਿਉਂਕਿ ਜਿਹੜਾ ਜ਼ਮੀਨ ਅਸਮਾਨ ਦਾ ਮਾਲਕ ਉਹ ਹਰ ਵੇਲੇ ਤੁਹਾਨੂੰ, ਆਪਾਂ ਸਵੇਰੇ ਉੱਠਦੇ ਹਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਆਪਾਂ ਜਦੋਂ ਆਪਾਂ ਹਸਪੀਟਲ ਦੇ ਵਿੱਚ ਜਾਂਦੇ ਹਾਂ, ਉਹ ਵੈਂਟੀਲੇਟਰ ਤੇ ਤੁਹਾਨੂੰ ਪਾ ਦਿੰਦੇ ਆ, ਤੇ ਕਿੰਨੇ ਪੈਸੇ ਜਮ੍ਹਾਂ ਕਰਾਉਣੇ ਪੈਂਦੇ? 10,000 20,000। ਤੇ ਉਹ ਸਾਹ ਤੁਹਾਡੇ ਕੀ ਹੋ ਜਾਂਦੇ? ਮੁੱਲ ਹੋ ਜਾਂਦੇ ਆ। ਤੇ ਪਰਮੇਸ਼ਰ ਸਾਡਾ ਜਿਹੜਾ ਜਿੰਦਾ ਪਰਮੇਸ਼ਰ ਸਾਨੂੰ ਸਾਹ ਰੋਜ਼ ਕੀ ਦਿੰਦਾ? ਫਰੀ ਦਿੰਦਾ। ਤੇ ਜੇ ਉਹਦਾ ਆਪਾਂ ਧੰਨਵਾਦ ਨਹੀਂ ਕਰਾਂਗੇ ਤੇ ਆਪਣੇ ਕਿਸੇ ਵੇਲੇ ਕਿਉਂ ਹੋਣਾ? ਅੱਜ ਕੱਲ ਕਿਉਂ ਸਮੇਂ ਤੋਂ ਪਹਿਲਾਂ ਲੋਕੀ ਕੂਚ ਕਰ ਰਹੇ ਆ, ਕਰ ਰਹੇ ਕਿ ਨਹੀਂ ਕੂਚ? ਕੋਈ ਹਾਰਟ ਅਟੈਕ ਦਾ ਹੋ ਗਿਆ, ਕੋਈ ਸ਼ੂਗਰ ਦਾ ਹੋ ਗਿਆ। ਪਰ ਜਿੰਨਾ ਚਿਰ ਆਪਾਂ ਪਰਮੇਸ਼ਰ ਹਰ ਬਿਮਾਰੀ ਨੂੰ ਕਿਉਂ ਤੁਹਾਨੂੰ ਕਹੀਦਾ ਫਾਈਨਲਾਈਜ਼ ਕਰੋ, ਕਿਉਂਕਿ ਤੁਹਾਡੇ ਜੀਵਨ ਤਾਂ ਹੀ ਛੱਡ ਕੇ ਜਾਏਗੀ ਜੇ ਪਰਮੇਸ਼ਰ ਦਾ ਵਚਨ, ਜੇ ਪਰਮੇਸ਼ਰ ਨੂੰ ਆਪਾਂ ਸਹੀ ਤਰੀਕੇ ਨਾਲ ਪਹਿਲ ਲਿਆ ਭੈਣ ਭਾਈਓ। ਆਪਾਂ ਬਪਤਿਸਮਾ ਲੈ ਕੇ ਵੀ ਜਦੋਂ ਰੋਮੀਆਂ ਦੀ ਕਿਤਾਬ 6 ਉਹਦੀ 3 ਆਇਤ ਵਿੱਚ ਲਿਖਿਆ, ਕਹਿੰਦਾ ਤੁਸੀਂ ਅਣਜਾਣ ਕੇ, ਕਹਿੰਦਾ ਹਾਲੇ ਤੁਸੀਂ ਇਸ ਗੱਲ ਤੋਂ ਅਣਜਾਣ ਜੇ ਕਿ ਤੁਸੀਂ ਜਿਹੜਾ ਬਪਤਿਸਮਾ ਲਿਆ ਯਿਸੂ ਮਸੀਹ ਦੀ ਮੌਤ ਦਾ ਬਪਤਿਸਮਾ ਲੈ ਲੈਂਦੇ ਜੇ। ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਕਿਉਂਕਿ ਆਪਾਂ ਪ੍ਰਭੂ ਭੋਜ ਲੈਣਾ। ਪ੍ਰਭੂ ਭੋਜ ਦੇ ਵਿੱਚ ਕੀ ਲਿਖਿਆ? ਪਹਿਲਾ ਕੋਰਿੰਥੀਆਂ ਦਾ ਵਚਨ ਕਹਿੰਦਾ ਆਪਣੇ ਆਪ ਨੂੰ ਪਰਖੋ, ਆਪਣੇ ਆਪ ਨੂੰ। ਹਾਲੇ ਜਿਹੜਾ ਅਯੋਗਤਾ ਨੂੰ ਲੈਂਦਾ, ਜਿਹੜਾ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਤੇ ਪੀਂਦਾ, ਤੇ ਉਹ ਸਜ਼ਾ ਦਾ ਭਾਗੀ ਕੀ ਆ ਹੋਵੇਗਾ ਭੈਣ ਜੀ। ਅੱਜ ਆਪਾਂ ਨੂੰ ਕੀ ਲੋੜ ਹੈ? ਪਰਮੇਸ਼ਰ ਦੇ ਵਚਨ ਦੁਆਰਾ ਚੱਲਣਾ ਭੈਣ ਭਾਈਓ, ਕਿਉਂਕਿ ਜੇ ਆਪਾਂ ਹਾਲੇ ਵੀ ਉਸੇ ਤਰੀਕੇ ਨਾਲ ਚੱਲੀ ਜਾ ਰਹੇ ਹਾਂ, ਜੋ ਆਪਾਂ ਇਹ ਪੁਰਾਣੀ ਇਨਸਾਨੀਅਤ ਲਾ ਨਹੀਂ ਰਹੇ, ਨਵੀਂ ਇਨਸਾਨੀਅਤ ਪਹਿਨ ਨਹੀਂ ਦੇ, ਫਿਰ ਆਪਣਾ ਕੋਈ ਫਾਇਦਾ ਨਹੀਂ, ਕਿਉਂਕਿ ਆਪਾਂ ਚਰਚ ਬਦਲੀ ਜਾਂਦੇ ਆ। ਪਰ ਜਿੰਨਾ ਚਿਰ ਆਪਾਂ ਪਰਮੇਸ਼ਰ ਦੇ ਵਚਨ ਨੂੰ ਫੋਲੋ ਨਹੀਂ ਕਰਾਂਗੇ ਤੇ ਤੁਸੀਂ ਅੱਗੇ ਕਦੀ ਵੱਧ ਨਹੀਂ ਸਕਦੇ ਭੈਣ ਭਾਈਓ। ਆਪਣੇ ਬੱਚਿਆਂ ਨੂੰ ਸਾਂਭੋ ਭੈਣ ਭਾਈਓ, ਸਿਰਫ ਪਰਮੇਸ਼ਰ ਦੇ ਵਚਨ ਵੱਲ ਧਿਆਨ ਦਿਓ। ਜ਼ਿਆਦਾ ਲੰਮਾ ਵਚਨ ਨਹੀਂ ਹੋਏਗਾ, ਕਿਉਂਕਿ ਮੈਨੂੰ ਪਤਾ ਤੁਸੀਂ ਉਹਨਾਂ ਨੂੰ ਖਾ ਸਕਦੇ ਜੇ। ਤੇ ਕੱਢਾਂਗੇ ਆਪਾਂ ਪਹਿਲਾ ਪਤਰਸ 4। ਪਹਿਲਾ ਪਤਰਸ 4 ਬਾਬ। ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸਾ ਪੂਰੀ ਕਰਨ ਨੂੰ ਬਥੇਰਾ ਸੀ, ਜਦ ਅਸੀਂ ਲੁੱਚ ਪੂਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇਬਾਜ਼ੀਆਂ ਅਤੇ ਘਿਨਾਉਣੀ ਮੂਰਤੀ ਪੂਜਾ ਵਿੱਚ ਚੱਲਦੇ ਸਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੰਨਾ ਸਮਾਂ ਤੁਹਾਡੇ ਕੋਲ ਬਥੇਰਾ ਸੀ, ਕਿੰਨਾ ਚੀਜ਼ਾਂ ਆਪਾਂ ਚੱਲਦੇ ਸੀ, ਪਰ ਆਪਾਂ ਨੂੰ ਅੱਜ ਕੀ ਲੋੜ ਹੈ? ਪਰਮੇਸ਼ਰ ਦੇ ਵਚਨ ਦੁਆਰਾ ਚੱਲਣਾ ਭੈਣ ਭਾਈਓ, ਕਿਉਂਕਿ ਸਮਾਂ ਲੰਘ ਚੁੱਕਾ ਹੋਣਾ, ਉਹਨੂੰ ਆਪਾਂ ਤਿਆਗਣਾ ਭੈਣ ਭਾਈਓ। ਯਹੋਸ਼ੂਆ ਨੂੰ ਜਵਾਬ ਪਿਤਾ ਪਰਮੇਸ਼ਰ ਨੇ ਯਹੋਸ਼ੂਆ ਨੂੰ ਕਿਹਾ, ਨਾ ਤੈਨੂੰ ਮੈਂ ਛੱਡਾਂਗਾ ਤੇ ਨਾ ਤੈਨੂੰ ਮੈਂ ਕੀਆ ਤਿਆਗਾਂਗਾ। ਜਿੱਦਾਂ ਤੂੰ ਪੈਰ ਦੀ ਤਲੀ ਰੱਖੇਗਾ ਉਹ ਮਿਲਕ ਕੀ ਆ ਤੇਰੀ ਹੋ ਜਾਏਗੀ ਭੈਣ ਭਾਈ। ਉਹ ਮਿਲਕੀ ਕਹਿ ਰਿਹਾ ਤੇਰੀ ਹੋ ਜਾਏਗੀ ਜੇ ਆਪਾਂ ਮਿਲਕ ਦੇ ਭਾਗੀ ਬਣਨਾ, ਜੇ ਆਪਾਂ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰ ਰਹੇ ਭੈਣ ਭਾਈਓ। ਅੱਗੇ ਟਾਈਮ ਤੇ ਹਰ ਵੇਲੇ ਆਪਾਂ ਵਚਨ, ਮੈਂ ਤੁਹਾਨੂੰ ਉਦੋਂ ਵਚਨ ਪੜਾਇਆ ਸੀ ਇੱਕ ਪਰਸੋਂ ਰਾਤ, ਪਹਿਲਾ ਸਾਲ ਸਲੂਕੀਆ ਉਹਦੀ 5 ਬਾਬ ਦੇ ਵਿੱਚੋਂ ਕਹਿੰਦਾ ਇਹ ਨਾ ਜਾਣੋ ਪਰਮੇਸ਼ਰ ਦੀ ਇੱਛਾ ਕੀ ਉਹਦੀ, ਕਹਿੰਦਾ ਹਰ ਹਾਲ ਵਿੱਚ ਧੰਨਵਾਦ ਕਰੋ, ਨਿਤ ਕੀਆ ਪ੍ਰਾਰਥਨਾ ਕਰਦੇ ਰਹੋ। ਜਦੋਂ ਅਫਸੀਆਂ ਦੇ ਖੱਤ 5 ਵਿੱਚ ਆਏ ਨੇ ਉੱਥੇ ਕੀ ਲਿਖਿਆ? ਕਹਿੰਦਾ ਮੂਰਖ ਨਾ ਹੋਵੋ, ਪਰਮੇਸ਼ਰ ਦੀ ਇੱਛਾ ਜਾਣੋ ਤੁਹਾਡੇ ਵਾਸਤੇ ਉਹ ਕੀ ਆ, ਕਿਉਂਕਿ ਪਰਮੇਸ਼ਰ ਨੇ ਤੁਹਾਡੇ ਵਾਸਤੇ ਬਹੁਤ ਕੁਝ ਰੱਖਿਆ। ਇੱਥੇ ਪਰਮੇਸ਼ਰ ਦਾ ਵਚਨ ਕੀ ਦੱਸ ਰਿਹਾ? ਕਿਉਂਕਿ ਜੋ ਬੀਤਿਆ ਹੋਇਆ ਸਮਾਂ ਪੁਰਾਣੀਆਂ ਕੌਮਾਂ ਦੀ ਮਨਸਾ ਪੂਰੀ ਕਰਨ ਨੂੰ ਬਥੇਰਾ ਸੀ। ਆਪਣੇ ਕੋਲ ਅਸੀਂ ਵੀ ਕਰਦੇ ਰਹੇ, ਆਪਾਂ ਵੀ ਸਾਰੇ ਕੰਮ ਕਰਦੇ ਰਹੇ। ਕਹਿੰਦਾ ਪੁਰਾਣੀਆਂ ਕੌਮਾਂ ਦੀ ਮਨਸਾ ਪੂਰੀ ਕਰਨ ਨੂੰ ਤੁਹਾਡੇ ਕੋਲ ਸਮਾਂ ਬਥੇਰਾ। ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇਬਾਜ਼ੀਆਂ ਅਤੇ ਘਿਨਾਉਣੀਆਂ ਮੂਰਤੀਆਂ ਵਿੱਚ ਚੱਲਦੇ ਸੀ। ਕਹਿੰਦਾ ਇਹਨਾਂ ਦੇ ਵਿੱਚ ਤੁਹਾਡੇ ਕੋਲ ਸਮਾਂ ਕੀ ਬਥੇਰਾ ਸੀ, ਪਰ ਹੁਣ ਯਿਸੂ ਮਸੀਹ ਨੇ ਸਾਰਾ ਆ ਕੇ ਕਰਤਾ। ਆਪਾਂ ਨਵੇਂ ਨਿਯਮ ਦੇ ਵਿੱਚ ਆ ਗਏ ਭੈਣ ਭਾਈਓ, ਆਪਾਂ ਨਵੀਂ ਇਨਸਾਨੀਅਤ ਨੂੰ ਪੈਣਾ ਭੈਣ ਭਾਈਓ। ਕਿਉਂਕਿ ਜੇ ਤੁਹਾਡੇ ਅੰਦਰ ਨਵੀਂ ਇਨਸਾਨੀਅਤ ਹੋਏਗੀ
ਤੁਹਾਡੇ ਬੱਚੇ ਵੀ ਆਗਿਆਕਾਰੀ ਦੇ ਵਿੱਚ ਰਹਿਣਗੇ। ਆਪਾਂ ਪ੍ਰਭੂ ਭੋਜ ਲੈ ਰਹੇ ਹਾਂ, ਆਪਾਂ ਹਾਲੇ ਵੀ ਤੋਬਾ ਕਰਨ ਦਾ ਨਾਂ ਨਹੀਂ ਲੈ ਰਹੇ ਪਏ। ਆਪਾਂ ਇੰਨੀ ਚਿਰ ਉਮਰ ਹੋ ਗਈ ਲੰਬੀ, ਕਿਉਂਕਿ ਪਰਮੇਸ਼ਰ ਦੀ ਉਮਰ ਕਿੰਨੀ ਕੁ ਹੋ ਸਕਦੀ ਆ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਕੋਈ ਹਾਰਟ ਅਟੈਕ ਨਾ ਮਾਰਿਆ, ਕੋਈ ਕਿਸੇ ਚੀਜ਼ ਨਾਲ, ਕੋਈ ਬਿਮਾਰੀ ਨਾਲ, ਕੋਈ ਐਕਸੀਡੈਂਟ ਨਾ ਮਾਰਿਆ, ਜੇ ਹਾਲੇ ਵੀ ਆਪਾਂ ਪ੍ਰਭੂ ਨੂੰ ਜੀਵਨ ਨਹੀਂ ਦੇ ਦਿੱਤਾ, ਮੈਂ ਤੁਹਾਨੂੰ ਦੱਸ ਚੁੱਕਾ ਵੀ ਵਿਆਹ ਨੇ ਤੁਹਾਨੂੰ ਸਵਰਗ ਦੇ ਵਿੱਚ ਨਹੀਂ ਖੜਨਾ, ਕਿਤੇ ਜਨਮ ਦਿਨ ਨੇ ਤੁਹਾਨੂੰ ਸਵਰਗ ਦੇ ਵਿੱਚ ਨਹੀਂ ਖੜਨਾ। ਕਿਹਨਾਂ ਨੇ ਸਵਰਗ ਵਿੱਚ ਖੜਨਾ? ਸਿਰਫ ਓਨਲੀ ਔਰ ਪਰਮੇਸ਼ਰ ਦੇ ਬਚਨ ਨੇ ਸਵਰਗ ਵਿੱਚ ਤੁਹਾਨੂੰ ਕੀਆ ਖੜਨਾ। ਕਿਉਂਕਿ ਭੀੜਾ ਰਾਹ, ਜਦੋਂ ਮੱਤੀ ਦੇ ਚੀਜ਼ ਵਿੱਚ ਲਿਖਿਆ ਭੀੜਾ ਰਾਹ, ਐ ਥਰੇ ਨੰਗਰਾ ਪੈਰ ਕੋਈ ਬੜਾ ਔਖਾ ਖਾਣੇ, ਖੁੱਲੇ ਰਾਹ ਤੇ ਸਾਰੇ ਲੰਘ ਜਾਂਦੇ ਆ, ਕਿਉਂਕਿ ਦਵਾ ਦਬ ਉਹ ਛੇੜਾ ਲੱਗੇ ਬਗੈਰ ਲੰਘ ਜਾਂਦੇ, ਪਰ ਭੀੜਾ ਰਾਹ ਲੰਘਣਾ ਔਖਾ ਪੈਰ ਕੋਈ। ਕਿਉਂਕਿ ਜੋ ਲੁੱਚ ਪੁਣਿਆ ਕਾਮਨਾ ਸ਼ਰਾਬ ਪੀਣ ਨਾਚ ਰੰਗਾਂ ਦੇ ਬਜੀਆਂ ਤੇ ਘਨੌਣੀਆਂ ਮੂਰਤੀਆਂ ਵਿੱਚ ਚੱਲਦੇ ਸੀ। ਆਪਾਂ ਇਹਨਾਂ ਤੋਂ ਬਾਹਰ ਆਉਣਾ ਪੈਣ ਪਈ। ਬੜਾ ਸਮਾਂ ਸੀ ਆਪਣੇ ਕੋਲ, ਆਪਾਂ ਚੋਰੀ ਵੀ ਕਰਦੇ ਸੀ, ਸਾਰਾ ਕੰਮ ਕਰਦੇ ਸੀ। ਮੈਂ ਤੁਹਾਨੂੰ ਆਪਣੀ ਗਵਾਹੀ ਕਿਉਂ ਨਾਲ ਦਿੰਦਾ ਰਹਿੰਦਾ? ਕਿਉਂਕਿ ਮੈਂ ਸਾਰੇ ਕੰਮ ਕਰਦਾ ਸੀ ਭੈਣ ਭਾਈ, ਨਸ਼ਾ ਨਹੀਂ ਕਰਦਾ, ਬਾਕੀ ਸਾਰੇ ਹਰ ਲੜਾਈ ਝਗੜੇ ਵਿੱਚ ਮੈਂ ਪੁੱਜ ਕੇ ਪਹੁੰਚਦਾ ਹੁੰਦਾ ਸੀ ਪਹਿਲੋਂ। ਪਰ ਅੱਜ ਆਪਾਂ ਨੂੰ ਕੀ ਲੋੜ ਹੈ? ਜਦੋਂ ਪਰਮੇਸ਼ਰ ਦਾ ਵਚਨ 2015 ਚ ਜੂਨ ਦੇ ਮਹੀਨੇ 30 ਜੂਨ ਨੂੰ ਪਰਮੇਸ਼ਰ ਦਾ ਵਚਨ ਹੱਥ ਚ ਆਇਆ 2015 ਚ, ਉਦੋਂ ਦਾ ਆਪਣੇ ਆਪ ਨੂੰ ਕੀਆ ਪਰਮੇਸ਼ਰ ਦੇ ਹੱਥਾਂ 'ਚ ਗਿਆ ਦੇ ਦਿੱਤਾ ਭੈਣ। ਕਿਉਂਕਿ ਅੱਜ ਆਪਾਂ ਨੂੰ ਕੀ ਲੋੜ ਆ? ਪਰਮੇਸ਼ਰ ਦੇ ਵਚਨ ਦੇ ਚੱਲਣ ਦੀ ਲੋੜ ਹੈ। ਕਿਉਂਕਿ ਪਰਮੇਸ਼ਰ ਦੇ ਵਚਨ ਤੇ ਚੱਲੋਗੇ, ਤੁਹਾਡੇ ਘਰਾਂ 'ਚ ਆਸ਼ੀਸ਼ ਬਰਕਤਾਂ ਗਿਆ ਛਾਣਗੀਆਂ ਭੈਣ ਭਾਈ। ਕੱਢਾਂਗੇ ਆਪਾਂ ਪਹਿਲਾਂ ਕਰੰਥੀਆਂ 11 ਦੇ ਵਿੱਚ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਿਰੀ ਵਿੱਚ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਤੇ ਕਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਸ ਨੂੰ ਪੀਵੋ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਥੇ ਪਰਮੇਸ਼ਰ ਦਾ ਵਚਨ ਕੀ ਦੱਸ ਰਿਹਾ? ਅੱਜ ਕੱਲ੍ਹ ਆਪਾਂ ਬਹੁਤੇ ਜਿਹੜੇ ਪ੍ਰਭੂ ਦੇ ਦਾਸ ਹੈ, ਕਿਤਨਾ ਪ੍ਰਭੂ ਭੋਜ ਦੇ ਰਿਹਾ, ਵੱਖ-ਵੱਖ ਤਰੀਕਿਆਂ ਦੇ ਨਾਲ ਦੇ ਰਿਹਾ। ਕੋਈ ਕੇਕ ਦੇ ਨਾਲ ਦੇ ਰਿਹਾ, ਕੋਈ ਬ੍ਰੈਡ ਦੇ ਨਾਲ ਦੇ ਰਿਹਾ, ਕੋਈ ਬਰਫੀ ਦੇ ਨਾਲ ਦੇ ਰਿਹਾ। ਪਰ ਇੱਥੇ ਪਰਮੇਸ਼ਰ ਨੇ ਕਿਹੜੀ ਰੋਟੀ ਦਾ ਜ਼ਿਕਰ ਕੀਤਾ ਭੈਣ ਭਾਈ? ਉਹਨੇ ਕੀ ਆਖਿਆ? ਸ਼ੁਕਰ ਕਰਕੇ ਰੋਟੀ ਕੀਆ ਤੋੜੀ, ਇਹ ਮੇਰਾ ਕੀ ਆ? ਸਰੀਰ ਆ। ਤੇ ਜਦੋਂ ਉਹਨੇ ਲਹੂ ਦਿੱਤਾ, ਉਹਨੇ ਜਦੋਂ ਆਪਾਂ ਕਈ ਲੋਕ ਕਹਿ ਦਿੰਦੇ ਆ ਵੀ ਇੱਕੋ ਪਿਆਲੇ ਦੇ ਵਿੱਚ ਦੇ ਦਿੰਦੇ ਆ, ਕਈ ਕਹਿ ਰਹੇ ਵੀ ਇੱਕੋ ਪਿਆਲੇ ਦੇ, ਪਰ ਪਰਮੇਸ਼ਰ ਦਾ ਵਚਨ ਉਹ ਵੀ ਤੁਹਾਨੂੰ ਮਿਆਦ ਪੜਾਵੇਗਾ। ਇੱਕੋ ਪਿਆਲੇ ਦੇ ਵਿੱਚ ਕਈ ਕਹਿੰਦੇ ਇੱਕੋ ਪਿਆਲੇ ਚ ਅਸੀਂ ਨਹੀਂ ਲੈਣਾ, ਕਿਉਂਕਿ ਇੱਕ ਦੂਜੇ ਦੇ ਜਿਹੜੇ ਰੋਗ ਲੱਗੇ ਉਹ ਸਾਡੇ ਤੇ ਆ ਜਾਂਦੇ ਆ। ਭੈਣ ਭਾਈ, ਜਦੋਂ ਸਾਰਿਆਂ ਨੂੰ ਬਾਅਦ ਚ ਮੈਂ ਪਿਆਲਾ ਲੈਣਾ ਤੇ ਤੁਹਾਡੇ ਰੋਗ ਨਹੀਂ ਮੇਰੇ ਤੇ ਆਉਂਦੇ ਕਿ ਨਹੀਂ ਆਉਂਦੇ? ਤੇ ਫਿਰ ਪ੍ਰਭੂ ਮੈਨੂੰ ਕਿਤਨਾ ਬਾਅਦ ਸ਼ਕਤੀ ਦਿੰਦਾ। ਪਰ ਪਰਮੇਸ਼ਰ ਦੇ ਵਚਨ ਲਿਖਿਆ ਮੱਤੀ ਦੇ 26 ਵਿੱਚ ਲਿਖਿਆ, ਸਰੀਰ ਕਮਜ਼ੋਰ ਆ ਪਰ ਆਤਮਾ ਕੀ ਆ? ਜੋਰਾ ਭਰਿਆ ਭੈਣ ਭਾਈ। ਕਿਉਂਕਿ ਜੋ ਆਤਮਾ ਚਲਾਉਂਦਾ, ਜਦੋਂ ਫਿਲਿੱਪੀਆਂ 4 ਉਹਦੀ 13 ਚ ਮੰਗੀ ਨਾ, ਪ੍ਰਭੂ ਜੀ ਜੋ ਤੁਸੀਂ ਆਪਣੇ ਦਾਸ ਨੂੰ ਬਲ ਦਿੰਦੇ, ਤੁਹਾਡੇ ਨਾਮ ਦੇ ਸਾਰੇ ਕੰਮ ਕੀ ਆ? ਹੁੰਦੇ ਭੈਣ ਭਾਈ। ਤੁਹਾਡੇ ਤੇ ਕਿਤਨਾ ਜ਼ੋਰ ਪੈ ਗਿਆ? ਡਰਦੇ ਭੈਣ ਭਾਈ। ਕਈ ਪਰਿਵਾਰ ਇਸੇ ਕਰਕੇ, 2-3 ਪਰਿਵਾਰ ਇਸੇ ਕਰਕੇ ਇੱਥੋਂ ਚਲੇ ਗਿਆ ਵੀ ਤੁਸੀਂ ਇੱਕੋ ਪਿਆਲੇ ਦੇ ਵਿੱਚੋਂ ਕੀ ਆ? ਦਿੰਦੇ ਨੇ ਭੈਣ ਭਾਈ। ਪਰ ਉਹ ਕਹਿੰਦਾ ਇੱਕ ਦੂਜੇ ਦੀ ਢੀਕ ਕਰੋ, ਖਾਣਾ ਖਾਣੇ ਤੇ ਇੱਕ ਦੂਜੇ ਦੀ ਕੀ ਕਰੋ? ਅਡੀਕ ਕਰੋ। ਆਪਾਂ ਕਰਦੇ ਹਾਂ ਢੀਕ, ਆਪਾਂ ਤੇ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਪਰ ਯਿਸੂ ਮਸੀਹ ਜਗਤ ਤੇ ਕਾਹਦੇ ਵਾਸਤੇ ਆਇਆ? ਉਹ ਨਫ਼ਰਤ ਨੂੰ ਮਿਟਾਉਣ ਤੇ ਆਇਆ ਭੈਣ ਭਾਈਓ। ਉਹ ਈਰਖਾ ਨੂੰ ਮਿਟਾਉਣ ਆਇਆ ਸੀ। ਉਹ ਸਿਰਫ ਇੱਕ ਪਿਆਰ ਦਾ ਪੈਗਾਮ ਲੈ ਕੇ ਆਇਆ ਸੀ ਮੇਰੇ ਪਿਤਾ ਪਰਮੇਸ਼ਵਰ। ਇਸ ਕਰਕੇ ਆਪਾਂ ਅੱਜ ਕੀ ਲੋੜ? ਇੱਕ ਦੂਜੇ ਨਾਲ ਪਿਆਰ ਕਰਨ ਦੀ ਕੀ ਆ? ਲੋੜ ਆ। ਤਾਂ ਜੋ ਆਏ ਪਰਮੇਸ਼ਵਰ। ਆਪਾਂ ਨਵਾਂ ਨੇਮ ਪੜ੍ਹਦੇ ਆ ਤਾਂ ਉਹਦੇ ਵਿੱਚ ਕੀ, ਉਹਦਾ ਟਾਈਟਲ ਕੀ ਲਿਖਿਆ ਆ ਰਿਹਾ ਬਾਈਬਲਾਂ ਦੇ ਉੱਤੇ? ਜਦੋਂ ਆਪਾਂ ਨਵਾਂ ਨੇਮ, ਉਹਦਾ ਟਾਈਟਲ ਕੀ ਆ ਉੱਤੇ? ਬਾਅਦ ਲਿਖਿਆ ਪਿਆਰ ਦਾ ਕੀ ਆ? ਪਿਆਰ ਦਾ ਯਿਸੂ ਮਸੀਹ ਪਿਆਰ ਦਾ ਸਨੇਹ ਲੈ ਗਿਆ ਤੇ ਆਪਣੇ ਆਪਾਂ ਮਨਾਂ ਦੇ ਵਿੱਚ ਆਪਾਂ ਈਰਖਾ ਕੱਢਦੇ ਨਹੀਂ। ਪਰ ਆਪਾਂ ਨੂੰ ਅੱਜ ਕੀ ਲੋੜ ਆ? ਜਦੋਂ ਆਪਾਂ ਪਹਿਲਾ ਕਰੰਥੀਆਂ 6 ਦੇ ਵਿੱਚ ਚੱਲਣ, ਕਹਿੰਦਾ ਧੜੇਬਾਜ਼ੀ, ਈਰਖਾ ਵਾਲੇ ਕਦੇ ਸਵਰਗ ਦੇ ਰਸਤੇ ਵਿੱਚ ਨਹੀਂ ਵੜ ਸਕਦੇ, ਉਹ ਕਦੀ ਉਹਦੇ ਅਧਿਕਾਰੀ ਨਹੀਂ ਹੋਣਗੇ ਭੈਣ ਭਾਈਓ। ਆਪਾਂ ਨੂੰ ਅੱਜ ਕੀ ਲੋੜ? ਜੇ ਆਪਾਂ ਅਧਿਕਾਰੀ ਹੋਣਾ ਤੇ ਆਪਣੇ ਮਨ ਨੂੰ ਸਾਫ਼ ਕਰਨਾ ਪੈਣਾ ਪਏ। ਆਪਾਂ ਨੂੰ ਅੱਜ ਕੀ ਲੋੜ? ਸਿਰਫ ਮੈਂ ਤੁਹਾਨੂੰ ਬਾਰ-ਬਾਰ ਕਹਿਣ ਦਿਆਂ ਵੀ ਸਿਰਫ ਇੱਕ ਪਰਮੇਸ਼ਰ ਦਾ ਵਚਨ ਰੱਖਣਾ, ਇੱਕ ਦੂਜੇ ਨਾਲ ਨਫ਼ਰਤ ਕਰਨੀ ਬੰਦ ਕਰ ਦਿਓ ਭੈਣ ਭਾਈ। ਪਰਮੇਸ਼ਰ ਤੁਹਾਨੂੰ ਤਾਂ ਅੱਗੇ ਲੈ ਕੇ ਜਾਏਗਾ ਜੇ ਇੱਕ ਦੂਜੇ ਨਾਲ ਆਪਾਂ ਪਿਆਰ ਕੀਆ ਕਰਦੇ ਭੈਣ ਭਾਈ। ਤੇ ਨਹੀਂ ਤਾਂ ਅੱਜ ਵੀ ਤੁਸੀਂ ਇੱਥੇ ਜੇ, ਤੁਸੀਂ ਅੱਜ ਵੀ ਫੇਲ ਔਰ ਆਉਣ ਵਾਲੇ ਰਸਤੇ ਵੀ ਕੀ ਫੇਲ ਭੈਣ, ਆਉਣ ਵਾਲੇ ਸਮੇਂ 'ਚ ਵੀ ਫੇਲ ਦੇ ਭੈਣ ਭਾਈ। ਜੇ ਆਪਾਂ ਪਰਮੇਸ਼ਰ ਦੇ ਦੁਆਰਾ, ਜੇ ਪਰਮੇਸ਼ਰ ਸਾਡਾ ਪਿਆਰ, ਕਿਉਂਕਿ
ਜਦੋਂ ਆਪਾਂ ਯਾਕੂਬ ਦੀ ਪਤਨੀ 4 ਉਹਦੀ 4 ਹੈ ਵੀ ਵਿਚਾਰ ਨੇ ਦੁਨੀਆ ਦਾ ਮਿੱਤਰ ਕਾਰਾ ਪ੍ਰਭੂ ਨਾਲ ਕੀ ਰੱਖਦਾ, ਵੈਰ ਰੱਖਦਾ। ਉਹਨੇ ਮਿੱਤਰ ਹੋਣ ਦਾ ਹੱਕ ਦਿੱਤਾ, ਸਿਰਫ ਉਹ ਹੀ ਜਿਹੜਾ ਉਹਨੇ ਮਿੱਤਰ ਹੋਣ ਦਾ ਹੱਕ ਦਿੱਤਾ। ਤੇ ਆਪਣੇ ਇੱਥੇ ਇੱਕ ਦੋ ਮਿੱਤਰ ਦੇਖ ਨੂੰ ਆਏ ਹੁੰਦੇ 3 ਵੈਸੇ ਭੱਜ ਜਾਂਦੇ ਨਾਲ। ਸਿਰਫ ਉਹਨੇ ਸਾਡੇ ਵਾਸਤੇ ਕੀ ਦਿੱਤੀ, ਜਾਨ ਦਿੱਤੀ। ਉਹਨੇ ਕੀ ਆਖਿਆ, ਰੋਟੀ ਲਈ ਤੇ ਸ਼ੁਕਰ ਕਰਕੇ ਤੋੜੀ, ਇਹ ਮੇਰਾ ਕੀ ਆ, ਸਰੀਰ ਆ। ਤੇ ਫਿਰ ਉਹਨੇ ਪਿਆਲਾ ਲਿਆ, ਇਹ ਮੇਰਾ ਕੀ ਆ, ਇਹ ਲਹੂ ਆ। ਇਸ ਕਰਕੇ ਮੇਰੀ ਯਾਦਗਿਰੀ ਲਈ ਇਹ ਕੀ ਆ, ਕਰਿਆ ਕਰੋ। ਇਸ ਕਰਕੇ ਹਰ ਮਹੀਨੇ ਤੇ ਪਹਿਲੇ ਹਫਤੇ ਆਪਾਂ ਕੀ ਰਸਮ ਕੀ ਆ ਕਰਦੇ ਭੈਣ ਭਾਈ। ਮੈਂ ਤੁਹਾਨੂੰ ਦੱਸ ਰਿਹਾ, ਪ੍ਰਭੂ ਦੇ ਦਾਸ ਕਈ ਤਰੀਕੇ ਨਾਲ ਦੇ ਰਹੇ ਆ। ਕੋਈ ਕੇਕ ਨਾਲ ਦੇ ਰਿਹਾ, ਕੋਈ ਬ੍ਰੈਡ ਦੇ ਨਾਲ ਕੀ ਦੇ ਰਿਹਾ, ਕੋਈ ਬਰਫੀ ਦੇ ਨਾਲ। ਮੈਂ ਖੋਜੇਵਾਲ ਉਧਰ ਮੀਟਿੰਗ ਸੀ, ਮੈਂ ਵੀ ਪਾਸਟ ਮੀਟਿੰਗ ਤੇ ਗਿਆ ਸੀ। ਉੱਥੇ ਇਹੋ ਚਰਚਾ ਹੋਈ ਵੀ ਸੰਜੀ ਖੋਜੇਵਾਲ ਜਿਹੜਾ ਹਰਪ੍ਰੀਤ ਦਿਓਲ ਜੀ ਉਹਨਾਂ ਨਾਲ ਹੋਈ ਵੀ ਪ੍ਰਭੂ ਭੋਜ ਕਈ ਤਰੀਕੇ ਨਾਲ ਦੇ ਰਹੇ ਆ। ਉਹ ਕਹਿੰਦੇ ਵੀ ਮੈਂ ਕੁਝ ਕਰ ਨਹੀਂ ਸਕਦਾ, ਪਰ ਅੱਜ ਆਪਾਂ ਨੂੰ ਕੀ ਲੋੜ ਆ, ਪਰਮੇਸ਼ਰ ਦੇ ਵਚਨ ਦੁਆਰਾ ਚੱਲਣ ਦੀ ਲੋੜ ਹੈ ਭੈਣ ਭਾਈਓ। ਮੈਂ ਤੁਹਾਨੂੰ ਉਹ ਵੀ ਜਿਹੜੇ ਕਹਿ ਰਹੇ ਨਾ ਵੀ ਆਪਾਂ ਇੱਕੋ ਪਿਆਲੇ ਤੇ ਨਹੀਂ ਲੈ ਸਕਦੇ। ਪੜੋ ਫਿਰ ਮੱਤੀ ਦੀ ਜੀਲ 26 ਬਾਪ ਪੜੋ। ਉਹਦੇ 26 27 28 ਆ ਤੇ ਮੈਂ ਤਾਂ ਪੜੋ। ਮੱਤੀ ਦੀ 26 27 26 26 ਦੀ 26 ਔਰ 27 28 ਆ ਤੇ ਮੈਂ ਤਾਂ ਪੜੋ। ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ ਤੇ ਮੇਰਾ ਸਰੀਰ ਹੈ। ਹਾਲੇਲੂਇਆ। ਇੱਥੇ ਵੀ ਕੀ ਆਖਿਆ, ਉੱਥੇ ਵੀ ਕੀ ਆਖਿਆ, ਇਹ ਕੀ ਮੇਰਾ ਕੀ ਆ। ਤੇ ਜਦੋਂ ਆਪਾਂ ਪਹਿਲਾਂ ਗ੍ਰੰਥੀਆਂ 26 ਦੇ ਵਿੱਚ ਪੜਾਇਆ, ਉੱਥੇ ਵੀ ਕੀ ਆਖਿਆ, ਇਹ ਕੀ ਮੇਰਾ ਕੀ ਆ, ਕਿ ਵੱਖਰੇ ਵੱਖਰੇ ਉਹਦੇ ਵਿੱਚ ਨਹੀਂ ਕੋਈ ਆ ਕੇ ਨਾ, ਇਹ ਮੇਰਾ ਕੀ ਹੈ, ਸਰੀਰ ਹੈ। ਅੱਗੇ ਵਸਾਈ ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਹਾਲੇਲੂਇਆ। ਉਹਨੇ ਆਖਿਆ ਵੱਖ ਵੱਖ ਪਿਆਲੀਆਂ ਲਓ। ਦੱਸੋ ਹੁਣ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਕੀ ਦੱਸਣਾ ਪੈਣ, ਇੱਕ ਰਿਆਜ਼ ਫਿਰ ਰਿਪੀਟ ਕਰ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਹਾਲੇਲੂਇਆ। ਜੇ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਕਿ ਸਾਰੇ ਇਸ ਵਿੱਚ ਪੀਓ, ਤੇ ਫਿਰ ਪਾਸਟਰ ਵੱਡਾ ਹੋਇਆ ਤੇ ਯਿਸੂ ਮਸੀਹ ਵੱਡਾ ਹੋਇਆ, ਦੱਸੋ ਇਹ ਮੈਨੂੰ ਦੱਸੋ। ਇਹ ਤੁਸੀਂ ਉਹ ਨਿਆਂ ਕਰੋਗੇ ਕਿ ਪਾਸਟਰ ਵੱਡਾ ਹੋਇਆ ਤੇ ਯਿਸੂ ਮਸੀਹ ਵੱਡਾ ਹੋਇਆ, ਦੱਸੋ ਹੁਣ। ਉਹ ਪ੍ਰਭੂ ਯਿਸੂ ਮਸੀਹ ਜਿਹੜਾ ਪਿਆਰਾ ਮੁਕਤੀ ਦਾਤਾ ਪਰਮੇਸ਼ਰ ਕਹਿ ਰਿਹਾ ਵੀ ਤੁਸੀਂ ਸਾਰੇ ਇਸ ਵਿੱਚੋਂ ਪੀਓ। ਤੇ ਫਿਰ ਆਪਾਂ ਫਿਰ ਕਿਉਂ ਪ੍ਰਭੂ ਦੇ ਦਾਸ ਵੱਖ ਵੱਖ ਆਪਾਂ ਕਰੀ ਜਾ ਰਹੇ ਕਿ ਨਹੀਂ। ਫਿਰ ਆਪਾਂ ਕਿੱਥੇ ਬੱਚੇ ਦੇ ਮੁਤਾਬਕ ਕਰ ਪਏ ਚੱਲੇ। ਮੈਂ ਨਹੀਂ ਕਹਿੰਦਾ ਮੈਂ ਬੱਚੇ ਦੇ ਮੁਤਾਬਕ, ਮੈਂ ਵੀ ਪ੍ਰਭੂ ਦਾ ਇੱਕ ਛੋਟਾ ਜਿਹਾ ਦਾਸ ਆ। ਇਸ ਕਰਕੇ ਆਪਾਂ ਨੂੰ ਕੀ ਲੋੜ ਆ, ਕਿਉਂਕਿ ਆਪਾਂ ਸਿਰਫ ਇੱਕ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰੀਏ ਭੈਣ ਭਾਈ। ਸਿਰਫ ਇੱਕ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰੀਏ, ਉਹਦੇ ਤਰੀਕੇ ਨਾਲ ਚੱਲੀਏ, ਤੇ ਪਰਮੇਸ਼ਰ ਤੁਹਾਨੂੰ ਕੋਈ ਵੀ ਗੰਦੀ ਸ਼ਕਤੀ, ਕੋਈ ਤਾਕਤ ਤੁਹਾਨੂੰ ਲੋਕੇ ਵਧਣ ਤੋਂ ਰੋਕ ਨਹੀਂ ਸਕਦੀ ਭੈਣ ਭਾਈ। ਜੇ ਆਪਾਂ ਵਚਨ ਨੂੰ ਫੋਲੋ ਕਰਕੇ ਚੱਲਦੇ ਹਾਂ, ਆਪਾਂ ਕਹਿ ਰਹੇ ਪਿਆਲੀਆਂ ਲੈ ਲਈਆਂ ਸਾਰਿਆਂ ਨਾਲ, ਪਰ ਕਿਤਨਾ ਆਪਾਂ ਪਿਆਲੀਆਂ ਦੇ ਨਾਲ ਨਹੀਂ। ਸਿਰਫ ਪਰਮੇਸ਼ਰ ਕਹਿ ਰਿਹਾ ਵੀ ਸਾਰੇ ਉਸ ਦੇ ਵਿੱਚੋਂ ਕੀ ਆ, ਪੀਓ। ਕਿ ਉਹਨੇ ਵੱਖ ਵੱਖ ਦਿੱਤਾ ਸਾਰਾ ਨਹੀਂ ਭੈਣ ਭਾਈ। ਉਹਨੇ ਸਾਰਿਆਂ ਨੂੰ ਇੱਕੋ ਜਿਹਾ ਕੀਆ, ਸਾਰਿਆਂ ਨੂੰ ਇੱਕੋ ਜਿਹਾ ਕੀਆ ਦਿੱਤਾ ਕਿ ਨਹੀਂ ਪਿਆਲਾ। ਅਗਲੀ 28 ਆਦਮੀ ਪੜ੍ਹ ਪਿਆ। ਕਿਉਂ ਜੋ ਨੇਮਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਦੱਸਦਾ, ਕਹਿੰਦਾ ਇਹ ਉਹ ਲਹੂ ਆ ਬਹੁਤਿਆਂ ਦੇ ਪਾਪਾਂ ਦੀ ਮਾਫੀ ਦੇ ਕਾਰਨ ਕੀ ਆ, ਵਹਾਇਆ ਗਿਆ। ਸੱਚਮੁੱਚ ਉਹਦਾ ਲਹੂ ਕੀ ਆ, ਸਾਡੇ ਪਾਪਾਂ ਦੀ ਖਾਤਰ ਪ੍ਰਭੂ ਯਿਸੂ ਮਸੀਹ ਨੂੰ ਕੀ ਆ, ਸਲੀਬ ਦਿੱਤੀ ਗਈ, ਕੋੜੇ ਮਾਰੇ ਗਏ, ਕੰਡਿਆਂ ਦਾ ਤਾਜ ਪਾਇਆ ਗਿਆ, ਠੱਠੇ ਕੀਤੇ ਗਏ, ਮਜ਼ਾਕ ਕੀਤਾ ਗਿਆ। ਪਰ ਆਪਾਂ ਅੱਜ ਸੀਰੀਅਸ ਨਹੀਂ ਲੈ ਰਹੇ ਪਰਮੇਸ਼ਰ ਦੇ ਵਚਨ ਨੂੰ ਭੈਣ ਭਾਈਓ। ਆਪਣੀ ਲਾਈਫ ਨੂੰ ਸੀਰੀਅਸ ਲਓ ਭੈਣ ਭਾਈਓ। ਜੇ ਆਪਾਂ ਅੱਗੇ ਵਧਣਾ ਆਪਣੇ ਜੀਵਨ ਦੇ ਵਿੱਚ, ਕਿਉਂਕਿ ਪ੍ਰਭੂ ਨੇ ਤੁਹਾਨੂੰ ਐਵੇਂ ਨਹੀਂ ਭੇਜਿਆ ਇਸ ਜਗ੍ਹਾ ਤੇ, ਪ੍ਰਭੂ ਨੇ ਐਵੇਂ ਨਹੀਂ ਭੇਜਿਆ। ਤਾਂ ਉਹਦੀ ਚੋਣ ਹੈ ਭੈਣ ਭਾਈ, ਤੁਸੀਂ ਚੋਣ ਦੇ ਵਿੱਚ ਆ ਚੁੱਕੇ ਨੇ, ਕਿਉਂਕਿ ਪਰਮੇਸ਼ਰ ਤੁਹਾਨੂੰ ਐਵੇਂ ਨਹੀਂ ਭੇਜਦਾ ਭੈਣ ਭਾਈ। ਕਿਉਂਕਿ ਜੇ ਉਹਦੇ ਜੀਵਨ ਦੇ ਵਿੱਚ ਉਹਦੀ ਮਰਜ਼ੀ ਪੂਰੀ ਹੋ ਗਈ, ਪਰਮੇਸ਼ਰ ਤਾਂ ਤੁਹਾਨੂੰ ਭੇਜਦਾ ਭੈਣ ਭਾਈ। ਮੈਂ ਐਵੇਂ ਨਹੀਂ ਚੁਣਿਆ ਗਿਆ ਸੀ, ਕਿਉਂਕਿ ਪਰਮੇਸ਼ਰ ਦਾ ਵਚਨ ਹਰ ਵੇਲੇ ਆਪਣੇ ਅੰਦਰ ਰੱਖਣ ਦੀ ਤੁਹਾਨੂੰ ਕੀ ਆ, ਲੋੜ ਹੈ। ਆਜੋ ਪਹਿਲਾ ਕਰੰਸੀ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ
ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਦੱਸਦਾ, ਕਿਉਂਕਿ ਜਦ ਤੱਕ ਤੁਸੀਂ ਇਹ ਰੋਟੀ ਖਾਓ ਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਜਦ ਤੱਕ ਉਹ ਆ ਨਾ ਜਾਵੇ। ਭੈਣ ਭਾਈ, ਹੁਣ ਆਪਾਂ ਨੂੰ ਕੀ ਲੋੜ ਆ? ਸਿਰਫ ਆਪਾਂ ਜਦ ਪਰਮੇਸ਼ਰ ਦਾ ਜਦ ਤੱਕ, ਕਿਉਂਕਿ ਆਪਣੀ ਉਹਦੀ ਯਾਦਗਿਰੀ ਲਈ ਕੰਮ ਕਰਦੇ ਆ, ਉਹਦੀ ਰਸਮ ਆਪਾਂ ਯਾਦਗਿਰੀ ਨਹੀਂ ਕਰਦੇ ਆ। ਪਰਮੇਸ਼ਰ ਦਾ ਵਚਨ ਜਦ ਤੱਕ ਉਹ ਆ ਨਾ ਜਾਵੇ ਤਾਂ ਆਪਾਂ ਕੀ ਕਰਨਾ? ਉਹਦੀ ਮੌਤ ਦਾ ਪ੍ਰਚਾਰ ਆਪਾਂ ਕੀ ਆ ਕਰਦੇ ਰਹਿਣਾ। ਆਪਾਂ ਮੌਤ ਦਾ ਪ੍ਰਚਾਰ ਕਿਸ ਤਰ੍ਹਾਂ ਕਰਾਂਗੇ? ਘਰ ਘਰ ਜਿੰਦੇ ਪਰਮੇਸ਼ਰ ਦੀਆਂ ਗਵਾਹੀਆਂ ਦੇਣ ਦੀ ਲੋੜ ਹੈ। ਕਿਉਂਕਿ ਮੈਂ ਤੁਹਾਨੂੰ ਪਹਿਲਾ ਵਚਨ ਕੀ ਪੜਾਇਆ? ਪਹਿਲਾ ਪੱਤਰ ਸਟਾਰ ਨੂੰ ਦਿੱਤੇ ਨੈਟ ਕਹਿੰਦਾ ਤੁਹਾਡੇ ਕੋਲ ਪਹਿਲਾ ਸਮਾਂ ਬਥੇਰਾ ਸੀ ਪੁਰਾਣੀਆਂ ਕੌਮਾਂ ਦੀ ਮਨਸਾ ਨੂੰ ਪੂਰਾ ਕਰਨ ਲਈ, ਪਰ ਉਦੋਂ ਆਪਾਂ ਕਿਹਨਾਂ ਦੇ ਵਿੱਚ ਚੱਲਦੇ ਸੀ? ਰੰਗ ਨਸ਼ਿਆਂ ਵਿੱਚ, ਨਸ਼ੇਬਾਜ਼ੀ, ਧੜੇਬਾਜ਼ੀਆਂ ਦੇ ਵਿੱਚ। ਪਰ ਉਹਨਾਂ ਤੋਂ ਹੁਣ ਆਪਾਂ ਬਾਹਰ ਹੋਣਾ ਪੈਣ ਪਈਓ। ਆਪਾਂ ਹਰ ਬਦੀ ਤੋਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਪਹਿਲਾ ਸੰਸਲੋਕ ਕੇ 5 ਵਿੱਚ ਕਹਿੰਦਾ ਹਰ ਪ੍ਰਕਾਰ ਦੀ ਬਦੀ ਤੋਂ ਕੀ ਰਹਿ? ਹਰ ਪ੍ਰਕਾਰ ਦੀ ਬਦੀ ਤੋਂ ਕੀ ਆ? ਲਾਂਭੇ ਰਹਿ। ਉਹਨੇ ਇੱਕ ਪ੍ਰਕਾਰ ਦੀ ਬਦੀ ਤੇ ਨਹੀਂ ਦੱਸਿਆ ਪੈਣ ਪਈ, ਹਰ ਪ੍ਰਕਾਰ ਦੀ ਬਦੀ ਦਾ ਜ਼ਿਕਰ ਕੀਤਾ। ਚੋਰੀ ਤੋਂ ਆਪਾਂ ਲਾਂਭੇ ਰਹਿਣਾ, ਹਰ ਬੇਵਿਚਾਰੀ ਤੋਂ ਆਪਾਂ ਲਾਂਭੇ ਰਹਿਣਾ, ਹਰ ਗੰਦੀ ਦੁਸ਼ਟ ਆਤਮਾ ਤੋਂ ਆਪਾਂ ਗਿਆ ਲਾਂਭੇ ਰਹਿਣਾ ਪੈਣ ਪਈ। ਮੈਂ ਉਦੋਂ ਪ੍ਰੋਫੈਸੀ ਹੋਈ ਵੀ ਜਿਹੜੇ ਹੀਟਰ ਲੱਗਦੇ ਆ ਬੰਦ ਕਰੋ ਆਪਣੇ ਘਰਾਂ ਦੇ ਵਿੱਚ ਪੈਣ ਪਈ। ਹੀਟਰ ਤੁਹਾਨੂੰ ਸਵਰਗ ਦੇ ਵਿੱਚ ਕਦੇ ਨਹੀਂ ਖੜਨਗੇ ਭੈਣ ਭਈ, ਇਹ ਗੱਲ ਯਾਦ ਕਰ ਲਓ। ਜੇ ਆਪਾਂ ਸਵਰਗ ਦੇ ਵਿੱਚ ਤਿਆਰ ਹੋਣਾ ਤੇ ਆਪਣੇ ਆਪ ਨੂੰ ਬਿਲਕੁਲ ਆਪਾਂ ਨੂੰ ਮਾਰਨਾ ਪੈਣਾ, ਜ਼ੀਰੋ ਕਰਨਾ ਪੈਣਾ। ਯਿਸੂ ਮਸੀਹ ਨੇ ਕੀ ਕੀਤਾ ਸੀ? ਆਪਣੇ ਆਪ ਨੂੰ ਕੀ ਕੀਤਾ ਸੀ ਉਹਨੇ? ਉਹਦਾ ਕੋਈ ਔਕਾਰ ਹੈਗਾ? ਉਹਦੀ ਕੋਈ ਵੈਲਿਊ ਹੈਗੀ ਆ? ਦੱਸੋ, ਜ਼ੀਰੋ ਦੀ ਕੋਈ ਵੈਲਿਊ ਹੈਗੀ ਆ? ਹੈਗੀ ਆ ਜ਼ੀਰੋ ਦੀ ਵੈਲਿਊ? ਕਿਉਂ ਨਹੀਂ ਹੈਗੀ? ਦੱਸ। ਤੁਸੀਂ ਕਿਸ ਤਰ੍ਹਾਂ ਕਹੀ ਜਾਂਦੇ ਕਿਉਂ ਨਹੀਂ ਹੈਗੀ? ਕੋਈ ਇੱਕ ਦੇ ਨਾਲ 5 ਜ਼ੀਰੋਆਂ ਲੱਗ ਜਾਣ ਤੇ ਲੱਖ ਰੁਪਇਆ ਬਣ ਜਾਣਾ, ਤੁਸੀਂ ਕਹਿੰਦੇ ਕਿਉਂ ਨਹੀਂ ਹੈਗੀ ਜ਼ੀਰੋ ਦੀ ਵੈਲਿਊ? ਜ਼ੀਰੋ ਦੀ ਵੈਲਿਊ ਹੈਗੀ ਭੈਣ ਭਾਈ। ਜਦੋਂ ਜ਼ਬੂਰ 113 ਦੇ ਵਿੱਚ ਆਣਾ ਕਹਿੰਦਾ ਮੈਂ ਉਹ ਪਰਮੇਸ਼ਰ ਜਿਹੜਾ ਰੂੜੀਆਂ ਤੇ ਚੁੱਕ ਕੇ ਬਦਵੰਤਾਂ ਦੇ ਬਿਠਾਉਣ ਵਾਲਾ ਪਰਮੇਸ਼ਰ, ਤੁਸੀਂ ਕਹਿੰਦੇ ਜ਼ੀਰੋ ਦੀ ਵੈਲਿਊ ਨਹੀਂ ਹੈਗੀ। ਉਹਦੇ ਨਾਲ 2 ਜ਼ੀਰੋ ਹੋਰ ਲੱਗ ਜਾਂਦੇ ਤੇ ਕਰੋੜ ਬਣ ਜਾਂਦਾ, ਤੁਸੀਂ ਜ਼ੀਰੋ ਦੀ ਵੈਲਿਊ ਕਿਉਂ ਨਹੀਂ ਕਹਿੰਦੇ? ਇਸ ਕਰਕੇ ਆਪਾਂ ਨੂੰ ਜ਼ੀਰੋ ਬੰਦੀ ਲੋੜ ਹੈ ਭੈਣ ਭਾਈਓ। ਫਿਰ ਪਰਮੇਸ਼ਰ ਤੁਹਾਨੂੰ ਹੀਰੋ ਬਣਾਉਂਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਕਿਸ ਤਰ੍ਹਾਂ ਬਣੋਗੇ ਹੀਰੋ? ਜੇ ਤੁਸੀਂ ਆਪਣੇ ਆਪ ਨੂੰ ਕੀ ਜ਼ੀਰੋ ਕਰੋਗੇ, ਫਿਰ ਤੁਸੀਂ ਹੀਰੋ ਕੀ ਆ ਬਣੋਗੇ ਭੈਣ ਭਾਈ। ਕਿਉਂਕਿ ਤਦ ਆਪਣੇ ਆਪ ਨੂੰ ਤੁਸੀਂ ਪਰਮੇਸ਼ਰ ਉਹਨੂੰ ਉੱਚਾ ਚੁੱਕਦਾ ਜਿਹੜਾ ਆਪਣੇ ਆਪ ਨੂੰ ਕੀ ਆ ਨੀਵਾਂ ਕਰਦਾ। ਕਿਉਂਕਿ ਪਰਮੇਸ਼ਰ ਦੇ ਵਚਨ ਤੇ ਲਿਖਿਆ ਜਦੋਂ ਯਿਸੂ ਮਸੀਹ ਜਾ ਰਹੇ ਮਗਰ ਯਹੂਨਾ ਪਤਰਸ ਉਹਦੇ ਚੇਲੇ ਕੀ ਕਰਦੇ? ਕੀ ਵੈਸਾ ਵਸਾਈ ਕਰਦੇ ਨੇ ਵੀ ਸਾਡੇ ਤੋਂ ਵੱਡਾ ਕਿਹੜਾ? ਯਿਸੂ ਮਸੀਹ ਨੇ ਇੱਕ ਬੱਚੇ ਨੂੰ ਚੁੱਕਿਆ, ਕੁਸ਼ੜ ਚੁੱਕਰ ਕੀ ਆਖਿਆ? ਕਹਿੰਦੇ ਉਹਨਾਂ ਨੇ ਸਟਾਰ ਦੇ ਵਿੱਚ ਸਮਝਾਇਆ ਜਿਹੜਾ ਆਪਣੇ ਆਪ ਨੂੰ ਬੱਚੇ ਦੀ ਨਿਆਈ ਬਣਾਏਗਾ ਤੇ ਉਹ ਸਭ ਦਾ ਟੈਲੂਆ ਕੀਆ, ਟੈਲੂ ਆਪਣੇ ਆਪ ਨੂੰ ਕਰੇਗਾ, ਸਭ ਨੇ ਉੱਚਾ ਕੀਆ ਅਖਵਾਏਗਾ ਭੈਣ ਭਾਈ। ਇਸ ਕਰਕੇ ਪਰਮੇਸ਼ਰ ਦਾ ਵਚਨ ਪੜਾਂਗੇ ਤੇ ਫਿਰ ਉਹਦੇ ਵਿੱਚ ਕੀ ਤੁਹਾਨੂੰ ਸਾਰਾ ਕੁਝ ਕੀਆ ਮਿਲੇਗਾ ਭੈਣ ਭਾਈਓ। ਇਸ ਕਰਕੇ ਆਪਾਂ ਨੂੰ ਅੱਜ ਕੀ ਲੋੜਿਆ? ਕਿਉਂਕਿ ਜਦ ਤੱਕ ਇਹ ਰੋਟੀ ਖਾਓ ਦਾ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹੋ ਜਦ ਤੱਕ ਉਹ ਆ ਨਾ ਜਾਵੇ। ਇਸ ਕਰਕੇ ਜੇ ਕੋਈ ਅਯੋਗਤਾ ਨਾਲ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਤੇ ਲਹੂ ਦਾ ਕੀ ਆ ਦੋਸ਼ੀ ਹੋਵੇਗਾ। ਇਹ ਭੈਣ ਭਾਈਓ ਹੁਣ ਤੁਹਾਨੂੰ ਪਤਾ ਵੀ ਆਪਣੇ ਅੰਦਰ ਕਿਹੜੀ ਕਮੀ ਆ। ਜੇ ਆਪਾਂ ਹਾਲੇ ਮੇਕਅਪ ਕਰਨਾ ਤੇ ਬੇਸ਼ੱਕ ਪ੍ਰਭੂ ਭੋਜ ਨਾ ਪਵੇ, ਜੇ ਆਪਾਂ ਹਾਲੇ ਦੇ ਵਿਚਾਰੀ ਤੇ ਡੁੱਬਿਆ ਤੇ ਪ੍ਰਭੂ ਭੋਜ ਨਾ ਜਾਵੇ। ਕਿਉਂਕਿ ਜੇ ਹਾਲੇ ਆਪਾਂ ਹੋਰ ਪਾਪ ਦੇ ਵਿੱਚ ਡੁੱਬਿਆ ਤੇ ਪ੍ਰਭੂ ਵਿੱਚ ਨਾ ਪਵੇ। ਆਪਣੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਆਪਣੇ ਆਪ ਦੇ ਵਿੱਚੋਂ ਪੁਰਾਣੇ ਖਮੀਰ ਨੂੰ ਕੱਢਣਾ, ਫਿਰ ਪ੍ਰਭੂ ਭੋਜ ਆਪਾਂ ਕੀ ਬਹਿ ਸਕਦਾ। ਕਿਉਂਕਿ ਫਿਰ ਹੀ ਪਾਵਾਂਗੇ ਜੇ ਆਪਣੇ ਆਪ ਨੂੰ ਬਿਲਕੁਲ। ਤੁਹਾਨੂੰ ਇੱਕ ਐਸ ਪੜੋ ਸਿੱਖਿਆ ਗ੍ਰੰਥੀਆ 13 ਦੀ 11 ਹੈ। ਮੁਕਤੀ ਗੱਲ ਹੈ ਭਰਾਵੋ, ਆਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋ, ਮਿਲੇ ਰਹੋ ਅਤੇ ਪਰਮੇਸ਼ਵਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ। ਹਾਲੇਲੂਇਆ। ਉਹ ਫਿਰ ਕਿਤਨਾ ਅੰਗ ਸੰਗ ਹੋਵੇਗਾ? ਪਹਿਲਾਂ ਆਪਣੇ ਆਪ ਨੂੰ ਇਹਦੇ ਵਿੱਚ 5 ਗੱਲਾਂ ਦਾ ਜ਼ਿਕਰ ਕੀਤਾ ਗਿਆ ਭੈਣ ਭਾਈਓ। ਉਹ 5 ਗੱਲਾਂ ਤਾਂ ਪਰਮੇਸ਼ਰ ਦੇ ਆਤਮਾ ਦੇ ਵਰਦਾਨ ਕਿੰਨੇ ਆ? ਜਦੋਂ ਆਪਾਂ ਗਲਾਤੀਆ ਦੀ ਕਿਤਾਬ 5 ਉਹਦੇ 22-23 ਵਿੱਚ ਆਉਂਦੇ ਆਤਮਾ ਦੇ 9 ਕੀ ਆ? ਕਿੰਨੇ ਵਰਦਾਨ ਹੈ ਆਤਮਾ ਦੇ? ਫਿਰ ਬੋਲਦੇ ਕਿਉਂ ਨਹੀਂ ਜੇ? ਫਿਰ ਇਸ ਕਰਕੇ ਆਪਾਂ ਨੂੰ ਅੱਜ ਕੀ ਆਤਮਾ ਦੇ 9 ਵਰਦਾਨ ਤੁਹਾਡੇ ਅੰਦਰ ਹੋਣੇ ਚਾਹੀਦੇ ਆ। ਕਿਤਨਾ ਹੋਣਗੇ? ਪਹਿਲਾਂ ਪਰਮੇਸ਼ਰ ਦਾ ਵਚਨ ਕੀ ਕਹੇ? ਮੁੱਖ ਦੀ ਗੱਲ ਹੈ ਭਰਾਵੋ, ਸੰਤ ਪੌਲੁਸ ਕੀ ਕਹਿ ਰਿਹਾ? ਆਨੰਦ ਰਵੋ,
ਆਪਾਂ ਕਿਹਦੇ ਵਿੱਚ ਰਹਿਣਾ? ਪਹਿਲਾਂ ਪਰਮੇਸ਼ਰ ਵਿੱਚ ਆਪਾਂ ਕੀ ਆ? ਫਿਲਿੱਪੀਆਂ ਦੀ ਕਿਤਾਬ 4 ਉਹਦੀ 4 ਨੂੰ ਕੀ ਦੱਸਦੀ? ਮੈਂ ਕਹਿੰਦਾ ਆਨੰਦ ਲਓ, ਤੇ ਫਿਰ ਕਹਿੰਦਾ ਹਾਂ। ਤੇ ਪਹਿਲਾਂ ਆਪਾਂ ਆਨੰਦ ਇੱਥੇ ਲੈ ਰਹੇ ਆ, ਆਪਾਂ ਨਸ਼ੇਬਾਜ਼ੀ ਕਰਕੇ ਲੈ ਰਹੇ ਆ, ਆਪਾਂ ਵਿਚਾਰੀ ਦੇ ਵਿੱਚ ਆਨੰਦ ਲੈ ਰਹੇ ਆ, ਤੇ ਫਿਰ ਵੀ ਅੱਗੇ ਜਾ ਕੇ ਤੁਹਾਨੂੰ ਕਿਤਨਾ ਆਨੰਦ ਮਿਲੇਗਾ? ਇਹ ਦੱਸੋ, ਮਿਲੇਗਾ ਕਿ ਆਨੰਦ? ਜੇ ਤੁਸੀਂ ਇੱਥੇ ਪਰਮੇਸ਼ਰ ਦੇ ਵਚਨ ਦੇ ਆਨੰਦ ਲਓਗੇ, ਤੇ ਫਿਰ ਉਹਨੇ ਇਹ ਨਹੀਂ ਜ਼ਿਕਰ ਕੀਤਾ ਵੀ ਤੁਸੀਂ ਇੱਥੇ ਆਪਣੀ ਮਸਤੀ ਦੇ ਨਾਲ ਚੱਲੋ ਤੇ ਅੱਗੇ ਜਾ ਕੇ ਤੁਹਾਨੂੰ ਮੈਂ ਆਨੰਦ ਦਊਂਗਾ। ਕਹਿੰਦਾ ਜਿਹੜਾ ਮੇਰੇ ਵਚਨਾਂ ਤੇ ਚੱਲੇਗਾ, ਸੁਣੇਗਾ ਔਰ ਸਮਝੇਗਾ, ਨਿਸ਼ਚਾ ਔਰ ਅਮਲ ਕਰੇਗਾ, ਕਹਿੰਦਾ ਫਿਰ ਜਾ ਕੇ ਅੱਗੇ ਜਾ ਕੇ ਆਨੰਦ ਕੀਆ ਲਵੇਗਾ। ਇਸ ਤਰ੍ਹਾਂ ਆਨੰਦ ਨਹੀਂ ਮਿਲਦੇ ਵੀ ਆਪਾਂ ਦੋ ਭਲੇ ਕਰ ਲਓ ਤੇ ਆਨੰਦ ਨਹੀਂ। ਜਿੰਨਾ ਚਿਰ ਆਪਾਂ ਪਰਮੇਸ਼ਰ ਦੇ ਵਚਨ ਦੁਆਰਾ ਨਹੀਂ ਚੱਲਦੇ, ਤੇ ਤੁਸੀਂ ਸਵਰਗ ਦੇ ਰਸਤੇ ਵਾਸਤੇ ਤਿਆਰ ਨਹੀਂ ਹੋ ਸਕਦੇ। ਹਾਲੇ ਆਪਾਂ ਤਿਆਰ ਹੋਣਾ, ਹਾਲੇ ਵਿੱਚ ਨਹੀਂ ਵੜ ਦੇਣਾ ਜਾ ਕੇ, ਹਾਲੇ ਤਿਆਰ ਹੁੰਦੇ ਆ ਵੀ ਆਪਣੇ ਆਪ ਨੂੰ ਕੀ ਕਰਨਾ। ਪਹਿਲਾਂ ਕਹਿੰਦਾ ਆਨੰਦ ਰਵੋ, ਫਿਰ ਕਹਿੰਦਾ ਸਿੱਧ ਕਰੋ। ਆਪਣੇ ਆਪ ਨੂੰ ਹਾਲੇ ਸਿੱਧ ਕਰਨ ਦੀ ਗਿਆ ਲੋੜ ਆ, ਕਿਉਂਕਿ ਕਿਤਨਾ ਲੋੜ ਆ? ਕਿਉਂਕਿ ਪਰਮੇਸ਼ਰ ਦੇ ਵਚਨ ਦੇ ਦੁਆਰਾ ਸਿੱਧ ਹੋ ਸਕਦਾ ਆਪਣਾ। ਅਗਲੀ ਤੀਜੀ ਗੱਲ ਕੀ ਦੱਸਦੇ? ਸ਼ਾਂਤ ਰਵੋ। ਆਪਣੇ ਆਪ ਨੂੰ ਕੀ ਕਰਨਾ ਵਾ? ਕੀ ਕਰਨਾ? ਇਹ ਥੋੜਾ ਵੀ ਜਿਹੜਾ ਇੱਕ ਗਾਲ ਕੱਢੇਗਾ ਤੇ 3 ਗਾਲ ਆਪਾਂ ਕੱਢ ਕੇ ਆਉਣਗੇ, ਨਹੀਂ। ਜੇ ਆਪਾਂ ਇੱਕ ਵਚਨ ਦੇ ਵਿੱਚ ਲਿਖਿਆ, ਕਹਿੰਦਾ ਜੇ ਤੇਰੀ ਇੱਕ ਗੱਲ ਦੇ ਚਪੇੜ ਵੱਜੇ ਤੇ ਦੂਈ ਵੀ ਨਾਲ ਕੀਆ, ਦੂਈ ਵੀ ਨਾਲ ਕੀਆ ਕਰਦੇ। ਆਪਾਂ ਦੂਜੇ ਇੱਕ ਵਜੇ ਦੇ ਨਾਲ 4 ਹੋਰ ਮਾਰ ਕੇ ਆਉਂਦੇ, ਗਾਲਾਂ ਵੀ ਕੱਢ ਕੇ ਆਉਂਦੇ। ਨਹੀਂ ਨਹੀਂ, ਬੜੀ ਬੜੀ ਦੂਰ ਤੱਕ ਪਹੁੰਚ ਜਾਂਦੇ, ਪਤਾ ਨਹੀਂ ਉਹਦੀ ਮਾਂ ਭੈਣ ਨੌਲਤ ਤੱਕ ਜਾਂਦੇ ਆ, ਪਤਾ ਨਹੀਂ ਉਹਨੇ ਕੀ ਕਹਿਤਾ। ਇੱਥੇ ਇੱਕ ਮੈਂ ਨਾਂ ਨਹੀਂ ਲਵਾਂਗਾ, ਪ੍ਰਭੂ ਦਾ ਕੋਈ ਜਾਨ ਸੀ, ਆਪਣੇ ਆਪ ਨੂੰ ਕਹਾਉਂਦਾ, ਪਰ ਮੈਂ ਉਦੋਂ ਨੂੰ ਉਹਦਾ ਸਾਈਕਲ ਚੋਰੀ ਹੋ ਗਿਆ, ਪਰ ਉਹਦਾ ਸਾਈਕਲ ਚੋਰੀ ਹੋ ਗਿਆ, ਉਹਨੂੰ ਫੜਦੇ ਵੇਖਿਆ। ਉਹ ਤੁਸੀਂ ਕਹਿੰਦਾ ਮੇਰੇ ਦੁਆਰਾ ਪ੍ਰਭੂ ਨੇ ਆਹ ਕੰਮ ਕੀਤਾ, ਮੇਰੇ ਦੁਆਰਾ ਪ੍ਰਭੂ ਨੇ ਆਹ ਕੰਮ ਕੀਤਾ। ਥੋੜੇ ਦਿਨ ਪਹਿਲਾਂ ਮੈਨੂੰ ਮਿਲਿਆ ਸੀ ਕਿ ਮੇਰੇ ਦੁਆਰਾ ਆਹ ਕੰਮ ਕੀਤਾ, ਪਰ ਜਦੋਂ ਦੀਆਂ ਮੈਂ ਗਾਲਾਂ ਸੁਣੀਆਂ, ਮੈਂ ਪਰਮੇਸ਼ਰ ਦੇ ਦੁਆਰਾ ਵੀ ਕੰਮ ਕਰਦੇ ਭਰਾ ਗਏ ਉਹਦੇ ਗਾਲਾਂ। ਮੈਂ ਸੱਚੀ ਭੈਣ ਭਾਈਓ ਪਰਮੇਸ਼ਰ ਦੀ ਜਗਵੇਦੀ ਦੇ ਖਲੋਤਾ, ਮੈਂ ਉੱਥੋਂ ਕਿੱਕ ਮਾਰੀ ਤੇ ਮੈਂ ਉੱਥੋਂ ਆਪਨੇ ਕਰ ਵੀ ਇੰਨੀਆਂ ਗੰਦੀਆਂ ਗਾਲਾਂ ਕੋਈ ਹੱਦ ਹੀ ਦੱਸ ਨਹੀਂ ਸਕਦਾ ਮੈਂ ਤੁਹਾਨੂੰ। ਤੇ ਇੱਥੇ ਪਰਮੇਸ਼ਰ ਦਾ ਕੰਮ ਕਿਤਨਾ ਕਰੇਗਾ ਭੈਣ ਭਾਈਓ? ਪਰਮੇਸ਼ਰ ਦੇ ਵਚਨ 'ਚ ਲਿਖਿਆ, ਯਾਕੂਬ ਦੀ ਪੱਤਰੀ 1 ਉਹਦੀ 19 ਆਇਤ ਵਿੱਚ ਕਹਿੰਦਾ, ਮਨੁੱਖ ਦਾ ਕ੍ਰੋਧ ਪਰਮੇਸ਼ਰ ਦੇ ਕੰਮ ਨੂੰ ਕਦੇ ਵਧਾ ਨਹੀਂ ਸਕਦਾ। ਭੈਣ ਭਾਈ ਆਪਾਂ ਹਰ ਪ੍ਰਕਾਰ ਦੀ ਬਦੀ ਤੋਂ ਲਾਂਭੇ ਰਹਿਣਾ ਭੈਣ ਭਾਈ। ਆਪਣਾ ਭਾਵੇਂ ਜੋ ਵੀ ਕਰੇ। ਇੱਥੇ ਚੌਥੀ ਗੱਲ ਕੀ ਦੱਸਦਾ? ਇੱਕ ਮਨ ਹੋਵੋ ਤੇ ਮਿਲੇ ਰਹੋ। ਆਪਾਂ ਜਦੋਂ ਪ੍ਰਭੂ ਦਾ ਦਾਸ ਪਤਰਸ ਜੇਲ੍ਹ ਦੇ ਵਿੱਚ ਸੀ ਤੇ ਕਲੀਸਿਆ ਨੇ ਕੀ ਕੀਤੀ? ਫਿਰ ਪ੍ਰਾਰਥਨਾ ਕੀਤੀ ਨਾ। ਤੇ ਜਦੋਂ ਪ੍ਰਭੂ ਦਾ ਦਾਸ ਪਤਰਸ, ਇੱਧਰ ਵੀ ਬੇੜੀਆਂ ਦਾ ਬੱਚਾ ਸੀ, ਇੱਧਰ ਵੀ ਵਿੱਚ ਉਹਦੇ ਜਿਹੜੇ ਸਿਪਾਹੀ ਵੀ ਖਲੋਤੇ ਸੀ, ਪ੍ਰਭੂ ਦਾ ਸਵਰਗ ਦੂਤ ਆਇਆ ਤਾਂ ਉਸੇ ਵੇਲੇ ਉਹਨੂੰ ਛੁਡਾ ਕੇ ਕੀ ਲੈ ਗਿਆ। ਜਦੋਂ ਉਹਨਾਂ ਨੇ ਕੀ ਕੀਤੀ? ਕਲੀਸਿਆ ਨੇ ਇੱਕ ਮਨ ਹੋ ਕੇ ਕੀ ਕੀਤੀ ਸੀ? ਪ੍ਰਾਰਥਨਾ ਕੀਤੀ ਭੈਣ ਭਾਈ। ਅੱਗੇ ਕੀ ਕਹਿ ਰਿਹਾ? ਮਿਲੇ ਰਹੋ ਅਤੇ ਪਰਮੇਸ਼ਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਕੀਆ ਹੋਵੇਗਾ। ਆਤਮਾ ਦੇ 9 ਫਲ ਔਰ 5 ਗੱਲਾਂ ਤੁਹਾਡੇ ਅੰਦਰ ਹੋਣੀਆਂ ਬਹੁਤ ਕੀਆ ਜ਼ਰੂਰੀ ਭੈਣ ਭਾਈ। ਤੁਹਾਨੂੰ ਜੋ ਮਰਜ਼ੀ ਕੋਈ ਕਹਿੰਦਾ ਰਹੇ, ਆਪਾਂ ਚੁਗਲੀ ਨਹੀਂ ਕਰਨੀ। ਜਦੋਂ ਆਪਾਂ ਕੌਕਾਂ ਦੀ ਕਿਤਾਬ 18 ਉਹਦੀ 8 ਵਿੱਚ ਆ ਜਾਂਦੇ ਆ, ਕਹਿੰਦਾ ਚੁਗਲੀ ਇੱਕ ਸਵਾਦ ਲਈ ਬੁਰਕੀ ਹੈ, ਉਹ ਢਿੱਡ 'ਚ ਵੜ ਜਾਂਦੀ ਹੈ। ਜਦੋਂ ਢਿੱਡ 'ਚ ਵੜਦੀ ਆ ਤੇ ਫਿਰ ਕੀ ਆ? ਫਿਰ ਕੀ ਹੋ ਜਾਂਦਾ ਭੈਣ ਭਾਈ? ਬਵਾਲ ਪੈਦਾ ਹੁੰਦਾ। ਇਸ ਕਰਕੇ ਆਪਾਂ ਨੂੰ ਅੱਜ ਕੀ ਲੋੜ ਹੈ? ਸਿਰਫ ਇਹ ਗੱਲਾਂ ਤੋਂ ਆਪਾਂ ਪੁਰਾਣੇ ਖਮੀਰ ਨੂੰ ਕੱਢਣਾ, ਚੁਗਲੀ ਨਿੰਦਿਆ ਨੂੰ ਕੱਢਣਾ। ਕਿਉਂਕਿ ਪਰਮੇਸ਼ਰ ਦੇ ਜੇ ਤੁਸੀਂ ਅੱਗੇ ਵਧਣਾ, 2023 ਦੇ ਵਿੱਚ ਐਡੀ ਪ੍ਰੋਫੈਸੀ ਹੋ ਰਹੀ ਹੈ ਪਰਮੇਸ਼ਰ। ਉਹ ਤੁਹਾਨੂੰ ਮੈਂ ਦੱਸਾਂਗਾ, ਜਿਹੜੀ ਅਪ੍ਰੈਲ ਦੇ ਮਹੀਨੇ 2023 ਉਹ ਵੀ ਪਰਮੇਸ਼ਰ ਬੜੇ ਵੱਡੇ ਕੰਮ ਕਰਨ ਜਾ ਰਿਹਾ। ਕਿਉਂਕਿ ਇੰਨਾ ਸਮਾਂ ਜਿਹੜਾ ਪਰਮੇਸ਼ਰ ਪਹਿਲਾਂ ਦੱਸੀ ਜਾ ਰਿਹਾ, ਕਿਉਂਕਿ ਐਵੇਂ ਨਹੀਂ ਦੱਸੀ ਜਾ, ਪਰਮੇਸ਼ਰ ਨੂੰ ਕੰਮ ਕਰਨੇ ਪੈਣ ਭਾਈਓ। ਪਰਮੇਸ਼ਰ ਐਵੇਂ ਨਹੀਂ ਦੱਸਦੇ ਉਹ ਕੰਮ ਕਰਨੇ, ਜਿਹੜਾ ਆਤਮਾ ਦੱਸਦਾ ਉਹ ਕੰਮ ਹੁੰਦੇ ਨੇ ਤੇ ਹੋਣਗੇ ਵੀ ਜ਼ਰੂਰ। ਕਿਉਂਕਿ 2023 ਦੇ ਵਿੱਚ ਪਰਮੇਸ਼ਰ ਕਹਿੰਦਾ ਮੈਂ ਬਹੁਤ ਵੱਡੇ ਮਸੀਹਾਂ ਨੂੰ ਬਹੁਤ ਉੱਚਾ ਚੁੱਕਾਂਗਾ, ਪਰ ਚੁੱਕਾਂਗਾ ਕਿਤਨਾ? ਕਿਉਂਕਿ ਅਫਸੀਆਂ ਦੇ ਖਾਤੇ 5 ਵਿੱਚ ਲਿਖਿਆ, ਸਮੇਂ ਨੂੰ ਲਾਭਦਾਇਕ ਜਾਣ ਦੇਣ ਹਨ ਕੀ ਹਨ? ਬੁਰੇ ਹਨ। ਦਿਨ ਪਹਿਲਾਂ ਬੁਰੇ ਚੱਲਦਾ, ਆਪਾਂ ਸਮੇਂ ਨੂੰ ਲਾਭਦਾਇਕ ਜਾਣਨਾ। ਕਿਉਂਕਿ ਪਰਮੇਸ਼ਰ ਦਾ ਜਿਹੜਾ ਵਚਨ ਆਪਣਾ ਲੰਘ ਚੁੱਕਾ ਤੇ ਉਹ ਸਾਡੇ ਅੰਦਰ ਨਹੀਂ ਵੜੇਗਾ ਭੈਣ ਭਾਈ। ਆਪਾਂ ਮਿਸ ਨਹੀਂ ਕਰਨਾ, ਹਰ ਜਿਹੜੀ ਬੰਦਗੀ ਅਟੈਂਡ ਕਰਨੀ ਭੈਣ ਭਾਈਓ। ਜਿਹੜੀ ਐਤਵਾਰ ਦੀ 13 ਤਰੀਕ ਦੀ ਇਬਾਦਤ ਹੋ ਰਹੀ ਆ, ਉਹ ਵੀ ਸੁਪਰ ਡੂਪਰ ਵਾਟਰ ਕਲਾਸ ਦੀ ਬੰਦਗੀ ਭੈਣ ਭਾਈਓ। ਜੇ ਤਿੰਨੇ ਬੰਦਗੀਆਂ ਸੀ, ਇਹ ਤੁਹਾਨੂੰ ਅੱਜ ਨਹੀਂ ਗਵਾਈਆਂ ਹੋਣਗੀਆਂ, ਆਉਂਦੇ ਫਿਰ ਦਸੰਬਰ ਦੇ ਵਿੱਚ ਗਵਾਈਆਂ ਤੁਹਾਡੇ ਜੀਵਨ 'ਚ ਗਿਆ ਬੰਦਗੀਆਂ। ਆ ਜਾਓ ਪਹਿਲਾ ਕਰੰਸੀਆ ਗਿਆ ਦੇ ਵਿੱਚ। ਹਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਉਹ ਇਸ
ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। ਅੱਗੇ ਮਿਲਤੀ ਜਿਹੜਾ ਖਾਂਦਾ ਤੇ ਪੀਂਦਾ ਹੈ, ਜੋ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ। ਹਾਲੇਲੂਇਆ। ਹੁਣ ਇਹ ਤੁਸੀਂ ਵੇਖਣਾ, ਜਿਹੜਾ ਆਪਣੇ ਸਰੀਰ ਦੀ ਜਾਂਚ ਕਰਨੀ ਕਿ ਆਪਾਂ ਪ੍ਰਭੂ ਭੋਜ ਦੇ ਲਾਇਕ ਹੈਗੇ ਹਲੇ ਲੈਣ ਤੱਕ ਨਹੀਂ। ਜਿਹੜਾ ਅਜੋਗਤਾ ਨਾਲ ਖਾਂਦਾ ਪੀਂਦਾ ਤੇ ਡੰਨ ਉੱਤੇ ਲੱਗਣਾ ਜੇ। ਮੈਂ ਵਚਨ ਦੇ ਕੇ ਫਾਰਕ ਹੋ ਜਾਣਾ, ਸਜ਼ਾ ਤੁਹਾਡੇ ਦੇ ਪੈਣੀ ਭੈਣ ਭਾਈ। ਇਸ ਕਰਕੇ ਆਪਾਂ ਨੂੰ ਕੀ ਹੋਣਾ, ਪਰਮੇਸ਼ਰ ਦਾ ਵਚਨ ਆਪਣੇ ਆਪ ਨੂੰ ਜਾਂਚੋ ਔਰ ਪਰਖੋ ਕਿ ਇਹ ਯੋਗ ਹੈਗੇ ਕਿ ਨਹੀਂ ਹੈਗੇ ਭੈਣ ਭਾਈ। ਆਪਣਾ ਅੱਜ ਕੀ ਲੋੜ ਹੈ, ਸਿਰਫ ਪਰਮੇਸ਼ਰ ਦੇ ਵਚਨ ਦੁਆਰਾ ਚੱਲਣਾ ਔਰ ਆਪਣੇ ਤੋਬਾ ਤੋਂ ਕੀ ਆ, ਤੋਬਾ ਤੋਂ ਕੀ ਕਰਨੀ ਆ, ਤੋਬਾ ਤੋਂ ਕੀ ਕਰਨੀ ਆ, ਮਾਫੀ ਮੰਗਣੀ ਆ। ਇਸ ਕਰਕੇ ਪੜਾਂਗੇ ਆਪਾਂ ਵਚਨ ਰਸੂਲਾਂ ਦੇ ਕਿਤਾਬ 3 ਨੂੰ ਦੀ ਹੁੰਦੀ ਆ। ਇਸ ਲਈ ਤੋਬਾ ਕਰੋ ਤੇ ਮੁੜੋ ਕਿ ਤੁਹਾਡੇ ਪਾਪ ਮਿਟਾਏ ਜਾਣ, ਤਾਂ ਜੋ ਪ੍ਰਭੂ ਦੇ ਹਜ਼ੂਰ ਸੁੱਖ ਦੇ ਦਿਨ ਆਉਣ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹੁਣ ਮੈਂ ਕਹਿ ਦਿੰਦਾ ਜਿਹਨੇ ਸੁੱਖ ਦੇ ਦਿਨ ਵੇਖਣੇ ਦਾ ਹੱਥ ਖੜਾ ਕਰੋ, ਸਾਰਿਆਂ ਨੇ ਭਾਵੇਂ ਦੋਵੇਂ ਹੱਥ ਖੜੇ ਕਰ ਦੇਣ। ਪਰ ਪਹਿਲਾਂ ਜਿਹੜੀਆਂ 2 ਗੱਲਾਂ ਲਿਖੀਆਂ, ਤੋਬਾ ਕਰੋ ਤੇ ਕੀ ਆ, ਮੁੜੋ। ਪਾਪਾਂ ਤੋਂ ਤੁਹਾਡੇ ਪਾਪ ਕੀ ਆ, ਮਿਟਾਏ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਸੁੱਖ ਦੇ ਦਿਨ ਕੀ ਆ, ਆਉਣ। ਕਿਉਂਕਿ ਪ੍ਰਭੂ ਦਾ ਵਚਨ ਪਹਿਲਾ ਪਤਰਸ ਦੇ ਵਿੱਚ ਲਿਖਿਆ, ਜਿਹੜਾ ਬਾਕੀ ਦਾ ਤੇਰਾ ਉਮਰ ਆ, ਜਿਹੜਾ ਭੈਣ ਨਾਲ ਕੀ ਮੁਸਾਫਰ ਭੈਣ ਨਾਲ ਕੀ ਆ ਬਤੀਤ ਕਰ, ਜਿਹੜਾ ਤੇਰੀ ਬਾਕੀ ਉਮਰ ਬਚੀ ਆ ਉਹਨੂੰ ਪਰਮੇਸ਼ਰ ਦੇ ਵਚਨ ਦੁਆਰਾ ਡਰ ਰੱਖ ਕੇ ਭੈਣ ਨਾਲ ਕੀ ਆ ਬਤੀਤ ਕਰ। ਜਦੋਂ ਆਪਾਂ ਜ਼ਬੂਰਾਂ ਦੀ ਪੋਥੀ ਜ਼ਬੂਰ 111 ਦੀ 10 ਹੈ, ਕਹਿੰਦਾ ਜਾਲੀ ਬੁੱਧੀ ਦਾ ਕੀ ਹੈ, ਮੂਲ ਹੈ ਭੈਣ ਭਾਈ। ਇਸ ਕਰਕੇ ਆਪਾਂ ਸਭ ਆਪਣੇ ਪਾਪਾਂ ਦਾ ਇਕਰਾਰ ਕਰਾਂਗੇ, ਸਭ ਸਿਰਾਂ 'ਚ ਕਰਕੇ 2 ਮਿੰਟ ਦਿੱਤੇ ਜਾਣਗੇ। ਫਿਰ ਪ੍ਰਭੂ ਦੇ ਦਾਸ ਨਾਲ 5 ਮਿੰਟ ਵਚਨ ਸੁਣਾਂਗੇ। ਸਿਰਫ ਸਭ ਭੈਣ ਭਾਈ ਸਿਰਾਂ 'ਚ ਕਰਕੇ ਅੱਖਾਂ ਬੰਦ ਕਰਕੇ ਆਪਣੇ ਪਾਪਾਂ ਦਾ ਇਕਰਾਰ ਕਰੋ। ਜੋ ਵੀ ਆਪਾਂ ਪ੍ਰਭੂ ਦੀ ਗੁਨਾਹ ਗਲਤੀਆਂ ਕੀਤੀਆਂ, ਜਿਸ ਤਰ੍ਹਾਂ ਦਾਊਦ ਬਾਦਸ਼ਾਹ ਨੂੰ ਪ੍ਰਭੂ ਮਾਫ ਕਰਦੇ ਸੀ, ਔਰ ਆਪਣੀ ਅੱਜ ਖਿਮਾ ਮੰਗਣ ਦੀ ਲੋੜ ਹੈ ਭੈਣ ਭਾਈਆਂ। ਜਦੋਂ ਆਪਾਂ ਜ਼ਬੂਰ 25 ਦੇ ਵਿੱਚ ਆ ਜਾਓ, ਆਪਣੀ ਦਾਊਦ ਬਾਦਸ਼ਾਹ ਨੇ ਆਪਣੇ ਪਾਪਾਂ ਦੇ ਇਕਰਾਰ ਤੇ ਖੁਸ਼ੀ ਕੀਤੀ ਸੀ। ਅੱਜ ਆਪਾਂ ਪਾਪਾਂ ਦੇ ਇਕਰਾਰ ਤੇ ਖੁਸ਼ੀ, ਜੋ ਵੀ ਪ੍ਰਭੂ ਦੀ ਗੁਨਾਹ ਗਲਤੀਆਂ ਕੀਤਾ ਸਾਨੂੰ ਮਾਫੀ ਦਿਓ। ਅਸੀਂ ਜੋ ਵੀ ਅੱਜ ਬੇਪਿਤਾਜ ਦੇ ਵਿੱਚ ਫਸਿਆ ਸਾਨੂੰ ਆਜ਼ਾਦ ਕਰ, ਜਾਂ ਕਿਸੇ ਵੀ ਪਾਪ ਦੇ ਵਿੱਚ ਫਸਿਆ ਪ੍ਰਭੂ ਜੀ ਸਾਨੂੰ ਮਾਫ ਕਰ। ਜੋ ਵੀ ਪਿਛੇ ਗੁਨਾਹ ਗਲਤੀਆਂ ਹੋਈਆਂ ਸਾਡੀਆਂ ਮਾਫ ਕਰੋ। ਸਭ ਭੈਣ ਭਾਈ ਸਿਰਾਂ ਝੁਕਾ ਕੇ ਮਾਫੀ ਮੰਗੋ ਪ੍ਰਭੂ ਕੋ। ਪ੍ਰਭੂ ਦੀ ਪਾਕ ਹਜ਼ੂਰੀ ਨੂੰ ਆਪਣੇ ਜੀਵਨ ਤੱਕ ਮਹਿਸੂਸ ਕਰੋ, ਕਿਉਂਕਿ ਪ੍ਰਭੂ ਦਾ ਮਸਾ ਤੁਹਾਡੇ ਉੱਪਰ ਆ ਰਿਹਾ। ਮੇਰੇ ਪਿਤਾ ਪਰਮੇਸ਼ਵਰ, ਮੈਂ ਧੰਨਵਾਦ ਕਰਦਾ ਸਾਮਰਥੀ ਪਿਤਾ ਪਰਮੇਸ਼ਵਰ। ਸਾਰੇ ਭੈਣ ਭਾਈ ਸਿਰਾਂ ਝੁਕਾ ਕੇ ਅੱਖਾਂ ਬੰਦ ਕਰਕੇ ਪ੍ਰਭੂ ਦੇ ਹਜ਼ੂਰ ਮਾਫੀ ਮੰਗੋ। ਜਦੋਂ ਆਪਾਂ ਪ੍ਰਭੂ ਕੋ ਮਾਫੀ ਮੰਗਦੇ ਹਾਂ, ਪਰਮੇਸ਼ਰ ਖੁਸ਼ ਹੁੰਦੇ ਆ। ਜਦੋਂ ਜ਼ਬੂਰ 86 ਵਿੱਚ ਲਿਖਿਆ, ਜਦੋਂ ਆਪਾਂ ਖਿਮਾ ਮੰਗਦੇ ਹਾਂ, ਪਰਮੇਸ਼ਰ ਕਹਿ ਰਿਹਾ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਆ, ਉਹ ਸਾਡੀਆਂ ਪਾਪਾਂ ਗੁਨਾਹਾਂ ਗਲਤੀਆਂ ਨੂੰ ਮਾਫੀ ਦਿੰਦਾ ਮੇਰੇ ਪਿਤਾ ਪਰਮੇਸ਼ਰ। ਕਿਉਂਕਿ ਸਾਨੂੰ ਅੱਜ ਵੀ ਅਕਾਲ ਦੇ ਨਾਲ ਲਾਉਣ ਨੂੰ ਤਿਆਰ ਹੈ ਭੈਣ ਭਾਈਏ। ਮੇਰੇ ਜਿੱਦਾਂ ਜੋਇਲ ਦੀ ਕਿਤਾਬ ਦੇ ਆਪਣੇ ਦਿਲਾਂ ਨੂੰ ਪਾੜੋ, ਆਪਣੇ ਮਾਫੀ ਮੰਗੋ ਭੈਣ ਭਾਈਓ। ਦਿਲ ਖੋਲ ਕੇ ਪ੍ਰਭੂ को माफी मांगो मेरे पिता परमेश्वर। होली जीसस मेरे पिता परमेश्वर, मैं धन्यवाद करता। सारे गुनाह गलतियां माफ करो, आशीष दो, बरकत दो, यीशु मसीह के नाम से मांगते हैं, आमीन आमीन आमीन। प्रभु ਤੁਹਾਨੂੰ ਬਚਨਾਂ ਚ ਆਸ਼ੀਸ਼ और बरकत दे, आमीन। प्रभु ਦੇ ਦਾਸਾਂ ਨਾਲ 5 ਮਿੰਟ ਲਵਾਂਗਾ ਆਪਾਂ। ਅੱਜ ਦਾ ਜੋ ਪਰਮੇਸ਼ਰ ਦਾ ਵਚਨ ਸਾਨੂੰ ਸਭ ਨੂੰ ਮਿਲਿਆ, ਜੇ ਸਾਡੇ ਜੀਵਨ ਵਿੱਚ ਹੈ ਤਾਂ ਬਹੁਤ ਵਧੀਆ ਗੱਲ ਹੈ। ਜੇ ਨਹੀਂ ਤੇ ਸਾਡੇ ਵਿੱਚ ਉਸ ਕਮੀਆਂ ਨੇ। ਇਹ ਕਹਿ ਦੇਖਦੇ ਪਰਮੇਸ਼ਰ ਦੇ ਵਚਨ ਪ੍ਰਕਾਸ਼ ਦੀ ਪੋਥੀ ਪਹਿਲਾ ਬਾਪ ਹਾਂਜੀ ਭੈਣ ਜੀ ਦੇ ਧਿਆਨ ਕਰੋ ਵੀ ਸਾਰੇ ਪੜ੍ਹੇ ਕਿੰਨੇ ਵੀ, ਜਿਹੜੇ ਪੜ੍ਹੇ ਆ ਆਪਣੇ ਹੱਥ ਉੱਪਰ ਕਰੋ, ਜਿਹੜੇ ਪੜ੍ਹੇ ਨੇ ਠੀਕ ਹੈ। ਨੂੰ ਪੜ੍ਹ ਕਿੰਨੇ ਹੋ ਠੀਕ। ਆਓ ਫਿਰ ਖੁਦਾ ਦਾ ਵਚਨ ਅੱਜ ਸਾਨੂੰ ਕੋਈ ਦੱਸ ਰਿਹਾ। ਪੜ੍ਹੋ ਜੀ ਪਹਿਲੇ ਦੀ 3 ਹੈ ਪ੍ਰਕਾਸ਼ ਦੀ ਪੋਥੀ। ਧੰਨ ਉਹ ਜਿਹੜਾ ਇਸ ਅਗੰਮ ਭਾਗ ਦੀਆਂ ਬਾਣੀਆਂ ਨੂੰ ਪੜ੍ਹਦਾ ਹੈ, ਨਾਲੇ ਉਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਉਸ ਦੀ ਪਾਲਣਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਿੰਨੇ ਕਿਸਮ ਦੇ ਲੋਕ ਆ ਜੀ? ਲਓ ਜੀ ਇਧਰੋਂ ਆਵਾਜ਼ ਆਈ 3 ਕਿਸਮ ਦੇ। ਤੁਸੀਂ ਦੱਸੋ ਜੀ ਕਿੰਨੇ ਕਿਸਮ ਦੇ ਆ? ਸਾਰੇ ਦੱਸੋ। ਲਓ
ਬਾਈਬਲ ਨੇ ਜੋ ਬਿਆਨ ਕੀਤਾ ਵੀ ਧੰਨ ਉਹ ਆ ਜੋ ਪਰਮੇਸ਼ਰ ਦੀਆਂ ਬਾਣੀਆਂ ਨੂੰ ਕੀ ਕਰਦਾ ਹੈ, ਪੜ੍ਹਦਾ। ਦੂਜੇ ਨੰਬਰ ਤੇ ਉਹ ਆ ਜਿਹੜੇ ਬਾਣੀਆਂ ਨੂੰ ਸੁਣਦੇ ਆ, ਕਿਉਂਕਿ ਇਹਨਾਂ ਨੇ ਪੜ੍ਹਨੇ ਨਪਾੜ ਜਿਹੜਾ ਪੜ੍ਹ ਨਹੀਂ ਸਕਦਾ, ਪੜ੍ਹਨ ਵਾਲਾ ਪੜ੍ਹ ਕੇ ਸੁਣਾ ਸਕਦਾ ਹੈ। ਪੜ੍ਹਨ ਵਾਲਾ ਇੱਕ ਹੈ, ਸੁਣਨ ਵਾਲੇ ਵੱਧ ਨੇ। ਆਂਦਾ ਨਾਲੇ ਉਹ ਜਿਹੜੇ ਸੁਣ ਕੇ ਤੇ ਉਹਨਾਂ ਦੇ ਕੀ ਕਰਦੇ ਨੇ। ਹੁਣ ਇਸ ਕੈਟਾਗਰੀ ਤੀਜੀ ਦੇ ਵਿੱਚ ਨਪੜ ਵੀ ਆ ਤੇ ਪੜ੍ਹ ਵੀ ਆ, ਪੜ੍ਹੇ ਵੀ ਆ ਤੇ ਨਪੜ ਵੀ ਨੇ। ਜਿਹੜੇ ਸੁਣ ਕੇ ਅਸਰ ਕਰਦੇ, ਪੜ੍ਹਨ ਵਾਲਾ ਅਸਰ ਨਹੀਂ ਕਰਦਾ ਤੇ ਨਪੜਨ ਨੂੰ ਪੈੜਾ। ਹੁਣ ਪੜ੍ਹੇ ਤੇ ਨਪੜ ਜਿਹੜੇ ਪੂਰਾ ਕਰਦੇ ਨੇ ਉਹ ਦੋਵੇਂ ਰਲੇ ਮਿਲੇ ਨੇ। ਇਸ ਕਰਕੇ ਦੋ ਕਿਸਮ ਦੇ ਲੋਕ ਨੇ, ਇੱਕ ਪੜ੍ਹਨ ਵਾਲੇ, ਸੁਣਨ ਵਾਲੇ ਤੇ ਰਲੇ ਮਿਲੇ ਦੋਨੋਂ ਹੀ, ਜਿਹੜੇ ਕੀ ਕਰਦੇ ਨੇ, ਸੁਣ ਕੇ ਅਮਲ ਕਰਦੇ ਆ। ਤੋ ਅੱਜ ਦਾ ਜੋ ਵਚਨ ਤੁਹਾਨੂੰ ਸੁਣਿਆ, ਜੇ ਤੁਸੀਂ ਪੜ੍ਹੇ ਜੇ ਅਮਲ ਕਰਨਾ ਜ਼ਰੂਰੀ ਆ, ਜੇ ਤੁਸੀਂ ਨ ਪੜ੍ਹ ਜੇ ਤਾਂ ਵੀ ਅਮਲ ਕਰਨਾ ਬਹੁਤ ਜ਼ਰੂਰੀ ਆ। ਅਮਲ ਕਰੋਗੇ ਪਰਮੇਸ਼ਰ ਦੇ ਘਰ ਵਿੱਚ ਧਨ ਹੋਗੇ, ਪਰਮੇਸ਼ਰ ਦਾ ਵਚਨ ਤੁਹਾਡੇ ਜੀਵਨ 'ਚ ਕੰਮ ਕਰੇਗਾ। ਜੋ ਗੱਲਾਂ ਜੋ ਵਚਨ ਜੋ ਸਿੱਖੀਆਂ ਨੇ ਸਾਡੇ ਜੀਵਨ 'ਚ ਬਣੀਆਂ ਰਹਿਣਗੀਆਂ, ਅਸੀਂ ਪਰਮੇਸ਼ਰ ਦੇ ਘਰ ਵਿੱਚ ਜਾਣ ਵਾਲੇ ਉਹ ਸਵਰਗ ਦੇ ਰਾਜ ਵਾਸਤੇ ਤਿਆਰ ਹੋ ਸਕਾਂਗੇ, ਜਿਹੜਾ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਵਾਸਤੇ ਤਿਆਰ ਕੀਤਾ ਹੈ। ਉੱਥੇ ਸਦਾ ਤੱਕ ਰਹਿਣ ਵਾਲਾ ਜੀਵਨ ਹੈ। ਇਹ ਸੰਸਾਰ ਦਾ ਜੀਵਨ ਥੋੜਾ ਚਿਰ ਦਾ ਹੈ। ਤੋ ਜੇ ਸਦਾ ਦਾ ਜੀਵਨ ਲੈਣਾ ਹੈ ਤਾਂ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਸਾਨੂੰ ਚੱਲਣ ਦੀ ਲੋੜ ਹੈ। ਖੁਦਾ ਦੇ ਵਚਨ ਦੇ ਦੁਆਰਾ ਸਭ ਨੂੰ ਅੱਛੀ ਬਰਕਤ ਮਿਲੇ। ਆਮੀਨ, ਆਮੀਨ, ਆਮੀਨ।